ਜਿਹੜੀ ਇਹਨਾਂ ਨੇ ਹੁਣ ਮੌਜੂਦਾ ਸਾਡੇ ਅੱਜ ਇੱਕ ਪੰਥ 'ਚ ਵਿਵਾਦ ਬਣਿਆ ਹੋਇਆ ਕਿ ਸਾਨੂੰ ਦੋਸ਼ੀ ਲੱਭਦੇ ਨਹੀਂ ਜਾਂ ਦੋਸ਼ੀ ਲੱਭ ਗਏ ਅਸੀਂ ਕਾਰਵਾਈ ਨਹੀਂ ਕਰਦੇ। ਆਹ ਦੋਸ਼ੀਆਂ ਵਾਲੀ ਸੇਵਾ ਮੈਨੂੰ ਦੇ ਦਿਓ ਤੇ ਜੇ ਮੈਂ ਦੋਸ਼ੀ ਨਾ ਲੱਭ ਸਕਿਆ, ਠੀਕ ਆ, ਮੈਂ ਆਪਦੀ ਧੌਣ ਵੜਾ ਦੂੰਗਾ ਤੇ ਸੰਗਤ ਦੇ ਅੱਗੇ ਰੱਖ ਦੂੰਗਾ। ਮੇਰਾ ਕੋਈ ਪਰਸਨਲ ਕੋਈ ਉਹ ਨਹੀਂਗਾ ਕਿ ਮੈਂ ਕਹਾਂ ਕਿ ਮੇਰਾ ਜਥੇਦਾਰੀ ਨਾਲ ਜਾਂ ਭਾਈ ਸਾਹਿਬ ਨਾਲ ਕੋਈ ਮੇਰਾ ਜਾਤੀ ਵਿਰੋਧ ਆ, ਪਰ ਜਿਹੜੀ ਗੱਲ ਉਹਨਾਂ ਨੇ ਕਹੀ ਆ ਜਾਂ ਜਿਹੜੀਆਂ ਗੱਲਾਂ ਉਹ ਅੱਜ ਤੱਕ ਕਹਿੰਦੇ ਆ ਰਹੇ ਨੇ, ਉਹ ਤਾਂ ਸਿਰਫ ਇਹ ਹੈ ਕਿ ਜਿੰਨੇ ਫੈਸਲੇ ਉਹਨਾਂ ਨੇ ਲਏ ਨੇ ਉਹ ਮਜਬੂਰੀ 'ਚ ਲਏ ਨੇ। ਇਹ ਤਾਂ ਉਹ ਗੱਲ ਹੋ ਗਈ ਕਿ ਬੰਦੂਕ ਉਹਨਾਂ ਨੂੰ ਫੜਾਈ ਹੋਈ ਆ, ਪਰ ਜਿਹੜੀਆਂ ਗੋਲੀਆਂ ਨੇ ਉਹ ਬਾਦਲ ਸਾਹਿਬ ਦੇ ਜੇਬ 'ਚ ਨੇ। 2012 'ਚ ਪੀਲੀਆਂ ਵੰਗਾਂ ਦੇ ਵਿੱਚ ਉਹ ਜਿਹੜਾ ਸਾਧ ਬਹਿੰਦਾ ਹੁੰਦਾ ਸੀ, ਉਹ ਸਾਧ ਦੇ ਪਿੰਡ ਦੇ ਵਿੱਚ ਵੀ ਸਰਦਾਰ ਰਹਿੰਦੇ ਸੀ, ਪਰ ਕਿਸੇ ਨੇ ਵੀ ਕੁਛ ਨਹੀਂ ਕੀਤਾ। ਉੱਥੋਂ ਦਾ ਇੱਕ ਸਿੰਘ ਸੀਗਾ, ਉਹਨੇ ਆਪਦੇ ਕਿਸੇ ਦੂਜੇ ਮਿੱਤਰ ਨੂੰ ਜਿਹੜਾ ਕਿ ਸ਼ਾਇਦ ਡੱਬ ਵਾਲੀ ਰਹਿੰਦਾ ਹੁੰਦਾ ਸੀ, ਉਹਦੇ ਨਾਲ ਗੱਲਬਾਤ ਕੀਤੀ ਵੀ ਯਾਰ ਵੀ ਆਪਣੀ ਬੇਅਦਬੀ ਹੋ ਰਹੀ ਹੈ ਤੇ ਕੁਛ ਕਰੀਏ। ਉਹਨਾਂ ਨੇ ਜਾ ਕੇ ਉਸ ਸਾਧ ਦਾ ਸੌਦਾ ਲਾ ਕੇ ਤੇ ਥਾਣੇ ਪੇਸ਼ ਹੋ ਗਏ ਆਪਣੇ ਆਪ। ਅੱਜ ਵੀ ਉਹ ਜੇਲ੍ਹਾਂ 'ਚ ਨੇ ਉਹ, ਠੀਕ ਆ। ਹੁਣ ਤੁਸੀਂ ਦੱਸੋ ਵੀ ਐਡੀ ਵੱਡੀ ਘਟਨਾ ਹੁੰਦੀ ਆ ਕਿ ਜਥੇਦਾਰ ਦੇ ਮਤਲਬ ਮੈਂ ਕਹਿੰਦਾ ਵੀ ਦਾਇਰੇ 'ਚ ਉਹ ਚੀਜ਼ ਹੈਗੀ ਆ ਵੀ ਹਾਂ ਯਾਰ ਵੀ ਅਸੀਂ ਹਾਂ ਕੋਈ ਸਿੰਘ ਸੀਗੇ ਉਹਨਾਂ ਨੇ ਕੁਛ ਕੀਤਾ। ਕਿਉਂਕਿ ਹੁਣ ਜੇ ਤੁਸੀਂ ਇੰਟਰਵਿਊ ਦੀ ਗੱਲ ਕਰਦੇ ਹੋ, ਉਹਨਾਂ ਨੂੰ ਕੁਛ ਵੀ ਜੇ ਕੋਈ ਸਵਾਲ ਕਰ ਰਹੇ ਆ, ਉਹ ਅੱਗੋਂ ਇੱਕੋ ਹੀ ਜਵਾਬ ਦਿੰਦੇ ਆ ਗੋਲ ਮੋਲ ਕਰਕੇ, ਜੀ ਇਹ ਮੇਰੀ ਮਤਲਬ ਮੇਰੇ ਦੇਖ ਰੇਖ 'ਚ ਨਹੀਂ ਹੋਇਆ, ਮੇਰੇ ਦੇਖ ਰੇਖ 'ਚ ਨਹੀਂ ਹੋਇਆ। ਪੰਨੂ ਨੂੰ ਤਾਂ ਉਹਨਾਂ ਨੇ ਖਾਲਿਸਤਾਨੀ ਬਣਾਤਾ, ਜਿਹੜੇ ਅਰਦਾਸ ਕਰਨਗੇ ਉਹ ਖਾਲਿਸਤਾਨੀ ਹੋ ਗਏ। ਪਰ ਹੁਣ ਸ਼ਿਵ ਸੈਨਾ ਵਾਲੇ ਰੋਜ਼ ਦੂਜੇ ਦਿਨ ਤੀਜੇ ਦਿਨ ਕਹਿੰਦੇ ਆ ਵੀ ਜਿਹੜਾ ਫਲਾਣੇ ਦਾ ਸਿਰ ਵੱਢ ਕੇ ਲਿਆਊਗਾ 5 ਲੱਖ ਦੇਵਾਂਗੇ, ਜੇ ਫਲਾਣੇ ਦਾ ਸਿਰ ਵੱਢ ਕੇ ਲਿਆਊ 11 ਲੱਖ ਰੁਪਏ ਦੇਵਾਂਗੇ। ਉਹ ਫਿਰ ਅੱਤਵਾਦੀ ਨਹੀਂ ਹੋ ਗਏ। ਇੱਕ ਮੋਗੇ ਵਾਲਾ ਹੁਣ ਮੁੰਡਾ ਇਹਨਾਂ ਨੇ ਫੜਿਆ, ਝੰਡਾ ਲਾਇਆ ਤੇ ਮੁੰਡੇ ਨੂੰ ਨਾਲ ਦੀ ਨਾਲ ਤਫਤੀਸ਼ ਕਰਕੇ ਨਾਲ ਦੀ ਨਾਲ ਅੰਦਰ ਕਰਕੇ ਉਹਦੇ ਤੇ ਧਾਰਾਵਾਂ ਲਾਤੀਆਂ। ਚਲੋ ਜੀ, ਇੱਥੇ ਤਾਂ ਤੁਸੀਂ ਬੜੇ ਮਤਲਬ ਤੇਜ਼ ਕੰਮ ਕਰਤਾ, ਤੇ ਜਦੋਂ ਬੇਅਦਬੀ ਦੀ ਗੱਲ ਹੁੰਦੀ ਹੈ ਉਦੋਂ ਤੁਸੀਂ ਕਹਿੰਦੇ ਹੋ ਜੀ ਅਸੀਂ ਇਹਦੀ ਜਾਂਚ ਕਰੀ ਜਾਂਦੇ ਆ। ਕਿਉਂ ਬਈ? ਜੇ ਉਹ ਇਹ ਅੱਜ ਦੀ ਡੇਟ 'ਚ ਚਾਹੁੰਦੇ ਨੇ ਕਿ ਸਾਨੂੰ ਦੱਸੋ ਵੀ ਮਤਲਬ ਦੋਸ਼ੀ ਕੌਣ ਨੇ, ਤਾਂ ਮੈਂ ਇੱਕ ਬੰਦੇ ਦਾ ਨਾਂ ਲੈ ਸਕਦਾ, ਠੀਕ ਆ। ਉਹਨਾਂ ਕੋਲੇ ਹਰ ਇੱਕ ਉਸ ਬੇਅਦਬੀ ਦੀ ਰਿਪੋਰਟ ਆ। ਜੇ ਕਿਸੇ ਬੰਦੇ ਨੇ ਅਰਦਾਸ ਕਰਤੀ ਤਾਂ ਉਦੋਂ ਤੁਸੀਂ ਗੱਡੀਆਂ ਦੇਖਣੀਆਂ ਸੀ ਹਰਮੰਦਰ ਸਾਹਿਬ ਕਿਵੇਂ ਪੁਲਿਸ ਵਾਲੀਆਂ ਗੱਡੀਆਂ ਪਹੁੰਚੀਆਂ ਸੀ। ਉੱਥੇ ਸਟੈਂਡ ਲੈਣਾ ਬਣਦਾ ਸੀ ਜਥੇਦਾਰ ਸਾਹਿਬ ਦਾ ਕਿ ਭਾਈ ਅਰਦਾਸ ਕਰ ਰਹੇ, ਅਰਦਾਸ ਤਾਂ ਸਾਰੇ ਸਿੱਖ ਕਰਦੇ ਨੇ, ਕਿਹਨੂੰ ਜੇਲ੍ਹਾਂ 'ਚ ਦੋਗੇ ਤੁਸੀਂ? ਪ੍ਰਾਈਮ ਮੁੱਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਸਰਵਉੱਚ ਅਦਾਲਤ ਹੈ, ਸਿੱਖ ਕੌਮ ਦੀ, ਸਿੱਖ ਧਰਮ ਦੀ ਸਰਵਉੱਚ ਅਦਾਲਤ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਸੀ। ਉਸ ਇੰਟਰਵਿਊ ਦੇ ਸੰਦਰਭ ਦੇ ਵਿੱਚ ਅੱਜ ਸਾਡੇ ਨਾਲ ਜੁੜੇ ਨੇ ਨੌਜਵਾਨ ਜਿਹੜੇ ਆਸਟ੍ਰੇਲੀਆ ਦੀ ਧਰਤੀ ਤੇ ਬੈਠੇ ਨੇ, ਸਰਬਜੀਤ ਸਿੰਘ ਝੱਬਰ, ਜੋ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਆਪਣੇ ਸੋਸ਼ਲ ਮੀਡੀਆ ਰਾਹੀਂ ਜਾਂ ਰੱਖਦੇ ਰਹਿੰਦੇ ਨੇ। ਸੋ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਚੈਨਲ ਤੇ। ਉਹਨਾਂ ਨੂੰ ਅਸੀਂ ਜਥੇਦਾਰ ਸਾਹਿਬ ਵੱਲੋਂ ਕੀਤੀਆਂ ਗੱਲਾਂ ਬਾਰੇ ਜਾਂ ਜੋ ਸਰੂਪ ਪਵਿੱਤਰ ਸਰੂਪ ਗਾਇਬ ਹੋਏ ਨੇ ਸ਼੍ਰੋਮਣੀ ਕਮੇਟੀ ਰਿਕਾਰਡ ਚੋਂ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਸਰਬਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ-ਬਹੁਤ ਸਵਾਗਤ ਹੈ ਭਾਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਇੱਕ ਨਿਮਾਣੇ ਜਿਹੇ ਗੁਰਸਿੱਖ ਨੂੰ ਇੰਨਾ ਮਤਲਬ ਬਲ ਸਮਝਿਆ ਤੁਸੀਂ ਜੀ। ਸਰਬਜੀਤ ਜੀ, ਮੇਰਾ ਤੁਹਾਨੂੰ ਸਵਾਲ ਇਹੀ ਹੈ, ਪਹਿਲਾ ਜਥੇਦਾਰ ਸਾਹਿਬ ਦਾ ਇੰਟਰਵਿਊ ਤੁਸੀਂ ਵੀ ਦੇਖਿਆ ਹੋਣਾ, ਇੱਕ ਨਿੱਜੀ ਚੈਨਲ ਤੇ ਆਇਆ। ਸੋ ਬਹੁਤ ਅਜਿਹੀਆਂ ਗੱਲਾਂ ਸੀਗੀਆਂ ਵਿੱਚ ਜਿਹਦੇ ਬਾਅਦ ਵਿਚਾਰ ਚਰਚਾ ਲਈ ਤੁਹਾਡੇ ਨਾਲ ਅਸੀਂ ਜੁੜੇ ਹਾਂ ਅੱਜ। ਤੁਹਾਡਾ ਕੀ ਕਹਿਣਾ ਉਹਨਾਂ ਬਾਰੇ ਜੋ ਉਹਨਾਂ ਨੇ ਉਸ ਇੰਟਰਵਿਊ ਦੇ ਵਿੱਚ ਗੱਲਾਂ ਕੀਤੀਆਂ, ਜੋ ਕਾਰਵਾਈ ਦੀ ਗੱਲ ਕੀਤੀ ਹੈ, ਜਾਂ ਜੋ ਸਵਾਲ ਇਹ ਸੀਗੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪੋਲੀਟੀਕਲ ਪ੍ਰੈਸ਼ਰ ਦੀ ਗੱਲ ਕੀਤੀ ਹੈ, ਜੋ ਵੀ ਸਵਾਲਾਂ ਦੇ ਜਵਾਬ ਦਿੱਤੇ ਸੀਗੇ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਖੋ ਬਾਬਾ ਜੀ, ਗੱਲ ਐਵੇਂ ਆ, ਜਿਹੜੀ ਉਹਨਾਂ ਨੇ ਗੱਲ ਜਿੱਥੋਂ ਸਟਾਰਟ ਕੀਤੀ ਹੈ ਕਿ ਵੀ ਜਿਹੜੇ ਸਰੂਪ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਂਦੇ ਨੇ ਜਾਂ ਉਹਨਾਂ ਦਾ ਜਿਹੜਾ ਵੀ ਛਪਾਈ ਦਾ ਕੰਮ ਆ ਵੀ ਉਹ ਅੰਮ੍ਰਿਤਸਰ ਦੀ ਧਰਤੀ ਤੇ ਹੋਣਾ ਚਾਹੀਦਾ। ਦੇਖੋ ਇਸ ਗੱਲ ਨੂੰ ਜੇ ਆਪਾਂ ਵੇਖੀਏ ਤਾਂ ਮੈਂ ਨਿੱਜੀ ਆਪਣੀ ਐਕਸਪੀਰੀਅੰਸ ਨਾਲ ਕਹੂੰਗਾ ਕਿ ਬਹੁਤ ਵਧੀਆ ਇਹ ਚੀਜ਼ ਹੈਗੀ ਆ ਤੇ ਇਹ ਹੋਣੀ ਵੀ ਚਾਹੀਦੀ ਆ। ਕਿਉਂਕਿ ਹੁਣ ਅਗਰ ਮੈਂ ਇੱਥੋਂ ਦਾ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇਵਾਂ ਨਾ, ਆਪਣੇ ਮੈਲਬਨ ਦਾ, ਹਰ ਸਬਰਬ ਦੇ ਵਿੱਚ ਗੁਰਦੁਆਰੇ ਬਣਨ ਦੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸੰਗਤ ਆ, ਜੇ ਤੁਸੀਂ 5 ਮਿੰਟ ਵੀ ਦੂਰ ਕਿਤੇ ਜਾਣਾ ਤਾਂ ਉਹ ਸਬਰਬ ਦਾ ਕਿਤੇ ਹੋਰ ਗੁਰਦੁਆਰੇ ਜਾਣ ਦੀ ਬਜਾਏ ਉਹ ਚਾਹੁੰਦੇ ਨੇ ਕਿ ਸਾਡਾ ਗੁਰਦੁਆਰਾ ਇੱਥੇ ਹੀ ਬਣ ਜਾਏ, ਇੱਕ ਇਲਾਕੇ ਵਿੱਚ। ਹਾਂ, ਇਲਾਕੇ ਦੇ ਵਿੱਚ ਹੀ ਗੁਰਦੁਆਰਾ ਬਣ ਜੇ। ਤੇ ਕੰਮ ਸਾਰੇ ਉਹੀ ਹੋ ਰਹੇ ਨੇ ਜਿਹੜੇ ਆਪਣੇ ਪਿੱਛੇ ਭਾਰਤ 'ਚ ਹੋਈ ਜਾਂਦੇ ਨੇ, ਠੀਕ ਹੈ ਨਾ। ਤੇ ਹੁਣ ਦੇਖਣ ਵਾਲੀ ਗੱਲ ਇਹੀ ਆ ਕਿ ਤੁਹਾਨੂੰ ਅਗਰ ਜਥੇਦਾਰੀ ਦਾ ਇੱਕ ਅਹੁਦਾ ਦਿੱਤਾ ਗਿਆ, ਕੀ ਤੁਸੀਂ ਉਸ ਅਹੁਦੇਦਾਰੀ ਦੇ ਜਿਹੜੇ ਤੁਹਾਨੂੰ ਫੈਸਲੇ ਲੈਣੇ ਚਾਹੀਦੇ ਆ ਜਾਂ ਤੁਸੀਂ ਲੈ ਰਹੇ ਹੋ ਪਿਛਲੇ 3 ਸਾਲਾਂ ਤੋਂ,
ਜੀ ਕਦੇ ਵੀ ਮਤਲਬ ਮੇਰਾ ਇੱਕ ਨਿੱਜੀ ਐਕਸਪੀਰੀਅੰਸ ਆ ਕਿ ਬੰਦੇ ਦੇ ਮਤਲਬ ਪਹਿਰਾਵੇ ਨੂੰ ਦੇਖ ਕੇ ਆਪਾਂ ਕਦੇ ਵੀ ਜੱਜ ਨਾ ਕਰੀਏ। ਹਾਂ, ਜੇ ਉਹਨੇ ਸਿੱਖ ਧਰਮ 'ਚ ਜਦੋਂ ਦੀ ਉਹਨਾਂ ਨੂੰ ਅਹੁਦਾ ਮਿਲਿਆ ਵੀ ਉਹਨਾਂ ਨੇ ਜੋ ਫੈਸਲੇ ਲਏ ਆ, ਕੀ ਉਹ ਫੈਸਲੇ ਮਤਲਬ ਸਾਨੂੰ ਕੋਈ ਫਾਇਦਾ ਉਹਦਾ ਹੋਇਆ ਜਾਂ ਨਹੀਂ ਹੋਇਆ, ਠੀਕ ਹੈ ਜੀ ਨਾ? ਉਹ ਦੇਖਣਾ ਇੱਕ ਬਹੁਤ ਜ਼ਰੂਰੀ ਆ। ਹੁਣ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਮਤਲਬ ਸਿਆਸੀ ਦਬਾਅ ਵਾਲੀ, ਜੀ ਉੱਥੇ ਮੈਂ ਸਿਰਫ ਇੰਨਾ ਹੀ ਕਹੂੰਗਾ ਕਿ ਮੇਰਾ ਕੋਈ ਪਰਸਨਲ ਕੋਈ ਉਹ ਨਹੀਂਗਾ ਕਿ ਮੈਂ ਕਹਾਂ ਕਿ ਮੇਰਾ ਜਥੇਦਾਰੀ ਨਾਲ ਜਾਂ ਭਾਈ ਸਾਹਿਬ ਨਾਲ ਕੋਈ ਮੇਰਾ ਜਾਤੀ ਵਿਰੋਧ ਆ। ਪਰ ਜੀ ਜਿਹੜੀ ਗੱਲ ਉਹਨਾਂ ਨੇ ਕਹੀ ਆ ਜਾਂ ਜਿਹੜੀਆਂ ਗੱਲਾਂ ਉਹ ਅੱਜ ਤੱਕ ਕਹਿੰਦੇ ਆ ਰਹੇ ਨੇ, ਉਹ ਤਾਂ ਸਿਰਫ ਇਹ ਆ ਕਿ ਜਿੰਨੇ ਫੈਸਲੇ ਉਹਨਾਂ ਨੇ ਲਏ ਨੇ ਉਹ ਮਜਬੂਰੀ 'ਚ ਲਏ ਨੇ। ਇਹ ਤਾਂ ਉਹ ਗੱਲ ਹੋ ਗਈ ਕਿ ਬੰਦੂਕ ਉਹਨਾਂ ਨੂੰ ਫੜਾਈ ਹੋਈ ਆ, ਪਰ ਜਿਹੜੀਆਂ ਗੋਲੀਆਂ ਨੇ ਉਹ ਬਾਦਲ ਸਾਹਿਬ ਦੇ ਜੇਬ 'ਚ ਨੇ। ਜੀ ਨਹੀਂ, ਚਲੋ ਤੁਸੀਂ ਉਹ ਗੱਲ ਕੀਤੀ, ਪਰ ਉਹ ਤਾਂ ਇਨਕਾਰ ਕਰਦੇ ਨੇ ਇਸ ਚੀਜ਼ ਤੋਂ। ਤਾਂ ਮੈਨੂੰ ਤਾਂ ਸਮਝ ਦੀ ਜੇ ਕੋਈ ਫੋਨ ਆਇਆ ਤਾਂ ਇਸ ਵਾਸਤੇ ਜ਼ਰੂਰ ਆਇਆ ਵੀ ਠੋਕ ਦਿਓ ਫੜ ਕੇ, ਵੀ ਉਹ ਉਸ ਚੀਜ਼ ਦੇ ਹੱਕ 'ਚ ਨਹੀਂ ਆਇਆ ਵੀ ਹਾਂ ਕਿਸੇ ਦਾ ਬਚਾਅ ਕਰ ਲਿਓ। ਤਾਂ ਠੋਕਣ ਦੀ ਗੱਲ ਉਹ ਕਰ ਰਹੇ ਜਥੇਦਾਰ ਸਾਹਿਬ ਜੀ। ਬਾਬਾ ਜੀ ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਪ੍ਰੈਸ਼ਰ ਦੀ ਗੱਲ ਹੈ, ਉਹ ਬੰਦੂਕ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ? ਅੱਛਾ ਜੀ, ਠੋਕਣ ਵਾਲੀ ਗੱਲ ਤਾਂ ਫਿਰ ਉਹ ਹੋ ਗਈ ਉਹਨਾਂ ਦੀ। ਜੇ ਤੁਸੀਂ ਲਾਈਨ ਦੁਬਾਰਾ ਸੁਣੋ ਕਿ ਮੈਨੂੰ ਕਿਹਾ ਗਿਆ ਕਿ ਠੋਕ ਦੋ, ਠੀਕ ਆ, ਕਿੰਨੇ ਕਿਹਾ ਗਿਆ ਉਹ ਬੜੇ ਕਲੀਅਰਲੀ ਉਹਦੇ ਚ ਮੈਂਸ਼ਨ ਕਰੀ ਜਾਂਦੇ ਕਿ ਹਾਲ ਕਿ ਕਿਸੇ ਵਿਸ਼ੇਸ਼ ਵਿਅਕਤੀ ਵਿਸ਼ੇਸ਼ ਦਾ ਨਾਮ ਨਹੀਂ ਲਿਆ ਉਹਨਾਂ ਨੇ। ਹਾਂ, ਪਰ ਬਾਅਦ ਵਿੱਚ ਕੀਤੀ ਹੈ ਉਹਨਾਂ ਨੇ। ਬਿਲਕੁਲ, ਪਰ ਬਾਅਦ ਚ ਉਹਨਾਂ ਨੇ ਸੈਕੰਡ ਸਟੇਟਮੈਂਟ ਚ ਵੀ ਇਹੀ ਗੱਲ ਕਹੀ ਆ ਕਿ ਹਾਂ ਵੀ ਉਹ ਜਿਹੜੇ ਬੰਦੇ ਮੇਰੇ ਕੋਲ ਆਉਂਦੇ ਨੇ ਉਹ ਆਉਂਦੇ ਤਾਂ ਵੱਜਦੇ ਤਾਂ ਉਹ ਅਕਾਲੀ ਨੇ। ਉਹਨਾਂ ਨੇ ਇਹ ਗੱਲ ਵੀ ਜ਼ਰੂਰ ਨਾਲ ਦੀ ਨਾਲ ਕਹੀ ਆ। ਫਿਰ ਉਹ ਕਹੀ ਜਾਂਦੇ ਨੇ ਇੱਕ ਪਾਸੇ ਕਿ ਮੈਂ ਦੁੱਧ ਦਾ ਦੁੱਧ ਕਰਤਾ, ਪਾਣੀ ਦਾ ਪਾਣੀ ਕਰਤਾ। ਚਲੋ ਜੀ, ਤਾਂ ਫਿਰ ਜਿਹੜੇ ਸਰੂਪ ਗਾਇਬ ਹੋਏ ਨੇ ਜਾਂ ਜਿਹੜੀ ਇੰਨੀਆਂ ਪ੍ਰੋਬਲਮਸ ਸਾਡੇ ਅੱਜ ਪੰਥ 'ਚ ਹੈਗੀਆਂ ਨੇ, ਉਹ ਤਾਂ ਫਿਰ ਤੁਸੀਂ ਕੱਢੀਆਂ ਹੀ ਨਹੀਂ ਜੀ, ਠੀਕ ਆ ਨਾ? ਹੁਣ ਮਤਲਬ ਜਿੱਦਣ ਦਾ ਅਗਰ ਮੈਂ ਤੁਹਾਨੂੰ 2007 ਦੀ ਗੱਲ ਕਰਾਂ, ਮੈਂ ਸਰਸੇ ਦਾ, ਤੇ ਜੇ ਉਹ ਇਹ ਅੱਜ ਦੀ ਡੇਟ 'ਚ ਚਾਹੁੰਦੇ ਨੇ ਕਿ ਸਾਨੂੰ ਦੱਸੋ ਵੀ ਮਤਲਬ ਦੋਸ਼ੀ ਕੌਣ ਨੇ, ਤਾਂ ਮੈਂ ਇੱਕ ਬੰਦੇ ਦਾ ਨਾਂ ਲੈ ਸਕਦਾ, ਠੀਕ ਆ? ਉਹਨਾਂ ਕੋਲੇ ਹਰ ਇੱਕ ਉਸ ਬੇਅਦਬੀ ਦੀ ਰਿਪੋਰਟ ਆ, ਜਿਹੜੇ ਕੀ ਆਪਾਂ ਕਹਿ ਦਈਏ ਕਿ ਥਾਂ ਤੇ ਖਿਲਾਰੇਗਾ। ਮੇਰੇ ਫਾਦਰ ਸਾਹਿਬ ਨਿੱਜੀ ਤੌਰ ਤੇ ਸੇਵਾ ਕਰਦੇ ਨੇ, ਉਹਨਾਂ ਨੇ ਆਪਦੇ ਹੱਥਾਂ ਨਾਲ ਖਾਲਿਆਂ ਚੋਂ, ਪੈਲੀਆਂ ਚੋਂ, ਗੰਦੇ ਨਾਲਿਆਂ ਚੋਂ ਸਰੂਪ ਅੰਗ ਪਾਟੇ ਕੱਢੇ ਆ। ਫਿਰ ਜੇ ਤੁਸੀਂ ਕਹਿੰਦੇ ਕਿੱਥੋਂ ਦੀ ਗੱਲ ਕਰ ਰਹੇ ਹੋ ਸਰਬਜੀਤ ਜੀ? ਇਹ ਭਾਜੀ ਮੈਂ ਕਿੱਥੋਂ ਦੀ ਗੱਲ ਕਰ ਰਿਹਾ ਜੀ? ਸਰਸੇ ਦੇ ਵਿੱਚ ਮੇਰਾ ਜਿਵੇਂ ਰਿਹਾਇਸ਼ ਆ ਤੇ ਬਾਬਿਆਂ ਨਾਲ ਅਸੀਂ ਸੇਵਾ ਕਰਦੇ ਆ। ਹਰਿਆਣੇ ਦੇ ਵੱਖੋ-ਵੱਖ ਪਿੰਡਾਂ 'ਚ ਜਾਂਦੇ ਆ ਜਾਂ ਪੰਜਾਬ ਦੇ ਜਾਂਦੇ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਸਕਦਾ, ਜਿਹੜਾ ਕਿ 2012 ਦਾ ਆਪਣੇ ਕੀ ਕਹਿੰਦੇ ਹੁੰਦੇ ਆ, ਰਾਜਸਥਾਨ ਦੇ ਵਿੱਚ ਇੱਕ ਪਿੰਡ ਆ ਪੀਲੀਆਂ ਵੰਗਾ ਜੀ, ਤੇ ਉੱਥੋਂ ਦਾ ਇੱਕ ਸਾਧ ਸੀਗਾ ਜਿਹੜਾ ਕਿ ਮਹਾਰਾਜ ਦੇ ਸਰੂਪਾਂ ਦੇ ਉੱਤੇ ਗੱਦੀ ਲਾ ਕੇ ਬਹਿੰਦਾ ਸੀ। ਓਕੇ, ਠੀਕ ਆ? ਤੇ ਇਹ 2012 ਦੀ ਗੱਲ ਆ, ਜਦੋਂ ਆਪਾਂ ਕਹਿ ਦਈਏ ਕਿ ਆ ਜਿਹੜਾ ਬੇਅਦਬੀ ਹੋਈ ਆ, ਬਰਗਾੜੀ ਵਾਲੀ ਬੇਅਦਬੀ ਹੋਈ ਆ, ਉਸ ਤੋਂ ਪਹਿਲਾਂ ਦੀ ਘਟਨਾ ਇਹ। ਪਰ ਕਾਰਵਾਈ ਨਹੀਂ ਹੁੰਦੀ। ਜਿਹੜੇ ਬਾਬਾ ਜੀ ਦਾ ਮੈਂ ਨਾਂ ਲੈਣਾ, ਮੈਂ ਬਾਬਾ ਜੀ ਚਲੋ ਵੀ ਮੈਂ ਸਤਿਕਾਰ ਵਜੋਂ ਕਹਿੰਦਾ ਉਹਨਾਂ ਨੂੰ, ਡੇਰੇ ਨੂੰ ਜਦ ਆਪਾਂ ਕਹਿ ਦਈਏ ਕਿ ਡੇਰੇ ਦੇ ਨਾਲ ਅਸਲ ਲੜਾਈ ਕਿਹੜੇ ਬੰਦੇ ਦੀ ਆ, ਠੀਕ ਆ? ਆਪਾਂ ਕਹਿ ਦਿੰਦੇ ਆ ਕਿ ਧਾਰਮਿਕ ਮੁੱਦੇ ਆ ਕੋਈ, ਮੈਂ ਕਿਸੇ ਦਾ ਨਿੱਜੀ ਤੇ ਨਾਮ ਨਹੀਂ ਲਊਂਗਾ ਵੀ ਕੋਈ ਬੰਦਾ ਕਿੰਨੇ ਸਾਨੂੰ ਉਸ ਲੜਾਈ ਦੇ ਵਿੱਚ ਸਾਡਾ ਸਹਿਯੋਗ ਦਿੱਤਾ। ਬਟ ਸਰਸੇ ਦੇ ਵਿੱਚ ਜੇ ਕੋਈ ਬੰਦਾ ਲੜਿਆ ਡੇਰੇ ਦੇ ਖਿਲਾਫ, ਤਾਂ ਉਹ ਇੱਕ ਬੰਦਾ ਲੜਿਆ ਜੀ। ਪੂਰੀ ਮੈਂ ਕਹਿੰਦਾ 90% ਉਹਨੇ ਆਪਦੀਆਂ ਪੈਲੀਆਂ ਵੇਚ ਕੇ ਵੀ ਸਿੱਖ ਪੰਥ ਨੂੰ ਲਾਈਆਂ ਨੇ। ਉਹਨਾਂ ਦਾ ਨਾਂ ਹੈਗਾ ਸੁਖਵਿੰਦਰ ਸਿੰਘ ਖਾਲਸਾ ਜੀ, ਠੀਕ ਆ ਜੀ? ਉਹ ਹਰਿਆਣੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿੱਥੇ ਵੀ ਹੁੰਦੀ ਆ, ਉਹਨਾਂ ਕੋਲੇ ਉਸ ਚੀਜ਼ ਦੀ ਅਥਾਰਟੀ ਆ। ਉਹਨਾਂ ਨੇ ਸਤਿਕਾਰ ਸਭਾ ਬਣੀ ਹੈਗੀ ਆ ਉਹਨਾਂ ਦੀ, ਤਾਂ ਉਹ ਜਾਂਦੇ ਆ। ਤਾਂ ਉਹਨਾਂ ਦੇ ਨਾਲ ਅਸੀਂ ਜਾਂਦੇ ਆਉਂਦੇ ਰਹਿੰਦੇ ਆ। ਤੇ ਜਦੋਂ ਦਾ ਮੈਂ ਇੱਥੇ ਆਇਆ ਉਸ ਤੋਂ ਪਹਿਲਾਂ ਵੀ ਆਪਾਂ ਉਹਨਾਂ ਨਾਲ ਪੂਰਾ ਆਪਣਾ ਪ੍ਰੇਮ ਪਿਆਰ ਆ। ਹੁਣ ਠੀਕ ਆ, ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ 2012 ਚ ਪੀਲੀਆਂ ਵੰਗਾਂ ਦੇ ਵਿੱਚ ਉਹ ਜਿਹੜਾ ਸਾਧ ਬਹਿੰਦਾ ਹੁੰਦਾ ਸੀ, ਉਹ ਸਾਧ ਦੇ ਪਿੰਡ ਦੇ ਵਿੱਚ ਵੀ ਸਰਦਾਰ ਰਹਿੰਦੇ ਸੀ, ਪਰ ਕਿਸੇ ਨੇ ਵੀ ਕੁਛ ਨਹੀਂ ਕੀਤਾ। ਉੱਥੋਂ ਦਾ ਇੱਕ ਸਿੰਘ ਸੀਗਾ, ਉਹਨੇ ਆਪਦੇ ਕਿਸੇ ਦੂਜੇ ਮਿੱਤਰ ਨੂੰ, ਜਿਹੜਾ ਕਿ ਸ਼ਾਇਦ ਡੱਬ ਵਾਲੀ ਰਹਿੰਦਾ ਹੁੰਦਾ ਸੀ, ਉਹਦੇ ਨਾਲ ਗੱਲਬਾਤ ਕੀਤੀ ਵੀ ਯਾਰ ਵੀ ਆਪਣੀ ਬੇਅਦਬੀ ਹੋ ਰਹੀ ਹੈ ਤੇ ਕੁਛ ਕਰੀਏ। ਉਹਨਾਂ ਨੇ ਜਾ ਕੇ ਉਸ ਸਾਧ ਦਾ ਸੌਦਾ ਲਾ ਕੇ ਤੇ ਥਾਣੇ ਪੇਸ਼ ਹੋ ਗਏ ਆਪਣੇ ਆਪ। ਅੱਜ ਵੀ ਉਹ ਜੇਲ੍ਹਾਂ 'ਚ ਨੇ ਉਹ, ਠੀਕ ਆ? ਹੁਣ ਤੁਸੀਂ ਦੱਸੋ ਵੀ ਐਡੀ ਵੱਡੀ ਘਟਨਾ ਹੁੰਦੀ ਆ ਕਿ ਜਥੇਦਾਰ ਦੇ ਮਤਲਬ ਮੈਂ ਕਹਿੰਦਾ ਵੀ ਦਾਇਰੇ 'ਚ ਉਹ ਚੀਜ਼ ਹੈਗੀ ਆ ਵੀ ਹਾਂ ਯਾਰ ਵੀ ਅਸੀਂ ਕੋਈ ਸਿੰਘ ਸੀਗੇ, ਉਹਨਾਂ ਨੇ ਕੁਛ ਕੀਤਾ। ਕਿਉਂਕਿ ਹੁਣ ਜੇ ਤੁਸੀਂ ਇੰਟਰਵਿਊ ਦੀ ਗੱਲ ਕਰਦੇ ਹੋ, ਉਹਨਾਂ ਨੂੰ ਕੁਛ ਵੀ ਜੇ ਕੋਈ ਸਵਾਲ ਕਰ ਰਹੇ ਆ, ਉਹ ਅੱਗੋਂ ਇੱਕੋ ਹੀ ਜਵਾਬ ਦਿੰਦੇ ਆ ਗੋਲ-ਮੋਲ ਕਰਕੇ, ਜੀ ਇਹ ਮੇਰੇ ਦੇਖ ਰੇਖ 'ਚ ਨਹੀਂ ਹੋਇਆ, ਮੇਰੇ ਦੇਖ ਰੇਖ 'ਚ ਨਹੀਂ ਹੋਇਆ। ਹੁਣ ਤੁਸੀਂ ਇੱਥੋਂ ਦੱਸੋ ਵੀ ਬੇਅਦਬੀਆਂ ਤਾਂ ਹੋ ਹੀ ਰਹੀਆਂ ਨਾ, ਪਰ ਜੇ ਸਾਨੂੰ ਉਹਦਾ
ਇਨਸਾਫ ਮਿਲਿਆ ਹੋਵੇ ਤਾਂ ਦੱਸੋ। ਜੀ ਹੁਣ ਐਲਨਾਬਾਦ 25 ਤਰੀਕ ਨੂੰ, ਅੱਜ ਜਿਹੜੀ 25 ਅਗਸਤ ਗਈ ਆ, ਅਗਸਤ ਗਈ ਆ, ਓਕੇ ਐਲਨਾਬਾਦ ਉਹਨਾਂ ਹੀ ਪ੍ਰਧਾਨ ਜੀ ਨੇ ਐਲਨਾਬਾਦ ਦੇ ਕੋਰਟ ਦੇ ਅੱਗੇ ਧਰਨਾ ਲਾਇਆ ਜੀ ਔਰ ਜੱਜ ਨਾਲ ਸਿੱਧੀ ਗੱਲ ਕੀਤੀ ਆ, ਕਿਉਂਕਿ ਉਸ ਜੱਜ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਮਤਲਬ ਉਹ ਕਰਤਾ, ਕੀ ਕਹਿੰਦੇ ਆ, ਜ਼ਮਾਨਤ ਦੇਤੀ। ਉਹਨਾਂ ਨੇ ਧਰਨਾ ਲਾਇਆ, ਤੁਸੀਂ ਵੀਡੀਓਜ਼ ਨੈਟ ਤੇ ਚੈੱਕ ਕਰ ਲਓ। ਉਹਨਾਂ ਨੇ ਧਰਨਾ ਲਾਇਆ ਔਰ ਉਸੇ ਟਾਈਮ ਉਸ ਚੀਜ਼ ਦਾ ਵਿਰੋਧ ਕੀਤਾ। ਹੁਣ ਤੁਸੀਂ ਦੱਸੋ, ਐਵੇਂ ਦੀਆਂ ਘਟਨਾਵਾਂ ਹੋਣ ਸਿੱਖਾਂ ਨਾਲ, ਤੇ ਜੇ ਕੱਲ ਨੂੰ ਕੋਈ ਘਟਨਾ ਵਾਪਰਦੀ ਆ, ਉਦੋਂ ਫਿਰ ਇਹ ਅੱਤਵਾਦੀ ਕਰਾਰ ਕਰ ਦਿੰਦੇ ਆ, ਤੁਸੀਂ ਅੱਤਵਾਦੀ ਹੋ। ਸਭੀ ਜੀ, ਪਰ ਇਹ ਤਾਂ ਕੋਈ ਇੱਥੇ ਪਟਿਆਲੇ ਲਾਗੇ ਪੁਰਾਤਨ ਸੀਗਾ ਸਰੂਪ ਸੀ ਮਹਾਰਾਜ ਦਾ, ਉਹ ਗਾਇਬ ਹੋਇਆ ਤਾਂ ਉਹ ਤੋਂ ਲੈ ਕੇ ਅਕਾਲੀ ਦਲ ਵਾਲੇ ਧਰਨੇ ਲਗਾ ਰਹੇ ਸੀਗੇ। ਦੂਜੇ ਪਾਸੇ ਤੁਸੀਂ ਆਹ ਖਬਰ ਦੱਸ ਰਹੇ ਹੋ ਵੀ ਕਿਸ ਤਰ੍ਹਾਂ ਹਰਿਆਣਾ ਦੇ ਵਿੱਚ ਜ਼ਮਾਨਤ ਦਿੱਤੀ ਗਈ ਹੈ ਦੋਸ਼ੀਆਂ ਨੂੰ ਜੀ। ਭਾਜੀ ਵੋਟਾਂ ਵਾਸਤੇ ਕੁਝ ਵੀ ਕਰ ਸਕਦੇ ਨੇ ਉਹ, ਕਿਉਂਕਿ ਵੋਟਾਂ ਲੈਣੀਆਂ ਨੇ। ਉਹ ਸਿੱਕੇ ਦੇ ਆਪਾਂ ਕਹਿ ਦਈਏ ਦੋ ਪਹਿਲੂ ਆ, ਉਹ ਇੱਕ ਕਾਂਗਰਸ ਬੈਠੀ ਆ, ਇੱਕ ਬਾਦਲ ਬੈਠੀ ਆ। ਚਲੋ ਜੀ, ਕੰਮ ਕਰਵਾਈ ਜਾਂਦੇ ਨੇ। ਹੁਣ ਜਿਵੇਂ ਅਗਰ ਆਪਾਂ ਅੱਜ ਦੀ ਮੌਜੂਦਾ ਸਥਿਤੀ ਦੀ ਗੱਲ ਕਰੀਏ, ਜੇ ਬੀਜੇਪੀ ਦੀ ਗੱਲ ਕਰੀਏ ਤਾਂ ਕਾਂਗਰਸ ਵਾਲੇ ਵਿਰੋਧ ਕਰੀ ਜਾਂਦੇ ਨੇ ਕਿ ਅਸੀਂ ਫਲਾਨੀ ਚੀਜ਼ ਕਿਸਾਨਾਂ ਨੂੰ ਮਾਫ ਕਰਾ ਦਾਂਗੇ, ਫਲਾਨੀ ਚੀਜ਼ ਮਾਫ ਕਰਾ ਦਾਂਗੇ। ਤੇ ਜਦੋਂ ਕਾਂਗਰਸ ਆ ਜਾਂਦੀ ਹੈ, ਉਦੋਂ ਬੀਜੇਪੀ ਫਿਰ ਇਹ ਜੁਮਲਾ ਛੱਡਣ ਨੂੰ ਤਿਆਰ ਹੋ ਜਾਂਦੇ, ਅਸੀਂ ਮਾਫ ਕਰਾ ਦਾਂਗੇ। ਪਰ ਮੁੱਕਦੀ ਗੱਲ ਦੱਸੋ ਵੀ ਕਿਸੇ ਨੇ ਮਾਫ ਕੀਤੀ ਹੈ? ਰਿਜ਼ਲਟ ਦਿਓ ਸਾਨੂੰ। ਸਾਡੇ ਲੋਕ ਮਰੀ ਜਾਂਦੇ ਨੇ, ਉਸ ਗੱਲ ਦਾ ਰਿਜ਼ਲਟ ਕੋਈ ਕਿਸੇ ਕੋਲ ਹੈ ਹੀ ਨਹੀਂ। ਹੁਣ ਜੇ ਬੇਅਦਬੀਆਂ ਦੀ ਗੱਲ ਕਰੀਏ, ਕਿੰਨੇ ਸਾਲਾਂ ਤੋਂ ਬੇਅਦਬੀਆਂ ਚੱਲਦੀਆਂ ਆ ਰਹੀਆਂ ਨੇ, ਠੀਕ ਹੈ ਨਾ। ਪਰ ਸਾਨੂੰ ਉਸ ਚੀਜ਼ ਨਾਲ ਮਤਲਬ ਨਹੀਂ ਵੀ ਤੁਸੀਂ ਕਾਰਵਾਈ ਕਰੀ ਜਾਂਦੇ ਹੋ ਕਿ ਨਹੀਂ ਕਰੀ ਜਾਂਦੇ। ਅੱਛਾ, ਇੱਕ ਮੋਗੇ ਵਾਲਾ ਹੁਣ ਮੁੰਡਾ ਇਹਨਾਂ ਨੇ ਫੜਿਆ, ਝੰਡਾ ਲਾਇਆ, ਤੇ ਮੁੰਡੇ ਨੂੰ ਨਾਲ ਦੀ ਨਾਲ ਤਫਤੀਸ਼ ਕਰਕੇ, ਨਾਲ ਦੀ ਨਾਲ ਅੰਦਰ ਕਰਕੇ ਉਹਦੇ ਤੇ ਧਾਰਾਵਾਂ ਲਾਤੀਆਂ। ਚਲੋ ਜੀ, ਇੱਥੇ ਤਾਂ ਤੁਸੀਂ ਬੜੇ ਮਤਲਬ ਤੇਜ਼ ਕੰਮ ਕਰਤਾ। ਤੇ ਜਦੋਂ ਬੇਅਦਬੀ ਦੀ ਗੱਲ ਹੁੰਦੀ ਹੈ, ਉਦੋਂ ਤੁਸੀਂ ਕਹਿੰਦੇ ਹੋ ਜੀ ਅਸੀਂ ਇਹਦੀ ਜਾਂਚ ਕਰੀ ਜਾਂਦੇ ਆ। ਕਿਉਂ ਬਈ? ਇਸ ਗੱਲ ਦਾ ਵੀ ਉਹ ਇੱਕਦਮ ਜੇ ਉਹ ਦੂਜੇ ਪਾਸੇ ਕਾਰਵਾਈ ਤਾਂ ਦਿਨੋਂ ਦਿਨ ਹੋ ਜਾਂਦੀ, ਜੇ ਬੇਅਦਬੀ ਦੀ ਗੱਲ ਆ ਵੀ ਤਾਂ ਕਈ ਸਾਲ ਲੰਘ ਗਿਆ। 2016 ਦੀ ਗੱਲ ਹੈ ਬੇਅਦਬੀ ਦੀ, ਤੇ 2020 ਚੱਲਦਾ, ਉਹ ਵੀ ਮੁੱਕਣ ਨੂੰ ਹੈ, ਤੇ 5 ਸਾਲ ਹੋ ਗਿਆ, ਕੋਈ ਕਾਰਵਾਈ ਹਲੇ ਅਮਲ 'ਚ ਲਿਆਂਦੀ ਨਹੀਂ ਕਿ ਉਸ ਤਰੀਕੇ ਨਾਲ ਜਿਸ ਤਰ੍ਹਾਂ ਸਿੱਖ ਨੌਜਵਾਨਾਂ ਪ੍ਰਤੀ ਲਿਆਂਦੀ ਜਾ ਰਹੀ ਹੈ। ਇਹ ਲਿਆਂਦੀ ਜਾਣੀ ਵੀ ਨਹੀਂ ਬਾਬਾ ਜੀ। ਦੇਖੋ, ਜਥੇਦਾਰੀ ਤੁਹਾਨੂੰ ਦਿੱਤੀ ਆ ਸੰਗਤ ਵੱਲੋਂ। ਜੇ ਤੁਸੀਂ ਪ੍ਰਵਾਨ ਨਹੀਂ ਜਾਂ ਪ੍ਰਵਾਨ ਮਿਲੀ, ਜਿਵੇਂ ਵੀ ਤੁਹਾਨੂੰ ਜਥੇਦਾਰੀ ਮਿਲ ਗਈ, ਤੁਹਾਡਾ ਫਰਜ਼ ਬਣਦਾ ਉਸ ਅਹੁਦੇ ਦਾ ਮਤਲਬ ਆਪਾਂ ਕਹਿ ਦਈਏ ਕਿ ਜਿਹੜੀ ਪ੍ਰੀ ਰਿਕੁਐਸਟ ਨਹੀਂ, ਤੁਸੀਂ ਕਹਿੰਦੇ ਹੋ ਅਸੀਂ PhD ਕੀਤੀ ਆ, ਤੁਸੀਂ ਤੁਹਾਡੇ ਕੋਲੇ ਗੁਰਮਤ ਦਾ ਗਿਆਨ ਆ, ਗੁਰਸਿੱਖ ਹੋ ਤੁਸੀਂ, ਤੁਹਾਨੂੰ ਅਹੁਦਾ ਵੀ ਦੇਤਾ, ਇੱਕ ਸੁਪਰੀਮ ਪਾਵਰ ਦੇਤੀ, ਪਰ ਤੁਹਾਡੇ ਤੁਸੀਂ ਕੰਮ ਕੀ ਕਰੀ ਜਾਂਦੇ ਹੋ? ਤੁਸੀਂ ਉਹ ਦੱਸੋ, 3 ਸਾਲਾਂ 'ਚ ਤੁਸੀਂ ਕੰਮ ਕੀ ਕੀਤਾ? ਜਥੇਦਾਰ ਸਾਹਿਬ ਤਾਂ ਇਹ ਕਹਿੰਦੇ ਆ ਵੀ ਮੈਂ ਤਾਂ ਇਹ ਚਾਹੁੰਦਾ ਹਾਂ ਵੀ ਕੋਈ ਮੇਰੇ ਤੋਂ ਯੋਗ ਵਿਅਕਤੀ ਹੋਵੇ ਤੇ ਮੈਂ ਸੇਵਾ ਸੰਭਾਲਣ ਲਈ ਤਿਆਰ ਹੈਗਾ ਵਾ ਸ਼੍ਰੀ ਅਕਾਲ ਤਖਤ ਸਾਹਿਬ ਦੀ। ਤਾਂ ਜਥੇਦਾਰ ਸਾਹਿਬ ਨੇ ਆਪ ਹੀ ਬਿਆਨ ਦਿੱਤਾ ਜੀ ਉਹਦੇ ਵਿੱਚ ਜੀ। ਬਾਬਾ ਜੀ, ਤੁਹਾਡੇ ਚੈਨਲ ਦੇ ਮਾਧਿਅਮ ਇਹ ਗੱਲ ਮੈਂ ਕਹਿਣ ਨੂੰ ਔਨ ਰਿਕਾਰਡ ਕਹਿਣ ਨੂੰ ਤਿਆਰ ਆ। ਸੇਵਾ ਉਹਨਾਂ ਨੇ ਆਪਦੇ ਮੂੰਹ ਨਾਲ ਕਿਹਾ ਕਿ ਅਸੀਂ ਸੇਵਾ ਦੇਣ ਨੂੰ ਤਿਆਰ ਆ। 10 ਸਾਲਾਂ ਦਾ ਸੀ ਜਦੋਂ ਮੈਂ ਗਾਤਰਾ ਪਾਇਆ ਤੇ ਅੰਮ੍ਰਿਤ ਛਕਿਆ, ਉਦੋਂ ਤੋਂ ਲੈ ਕੇ ਅੱਜ ਤੱਕ ਦਾ ਗੁਰੂ ਦੇ ਰਾਹ ਤੇ ਚੱਲਦੇ ਆ। ਮੈਂ ਸੇਵਾ ਲੈਣ ਨੂੰ ਤਿਆਰ ਆ। ਤੇ ਜਿਹੜੀ ਇਹਨਾਂ ਨੇ ਹੁਣ ਮੌਜੂਦਾ ਸਾਡੇ ਅੱਜ ਇੱਕ ਪੰਥ 'ਚ ਵਿਵਾਦ ਬਣਿਆ ਹੋਇਆ ਕਿ ਸਾਨੂੰ ਦੋਸ਼ੀ ਲੱਭਦੇ ਨਹੀਂ ਜਾਂ ਦੋਸ਼ੀ ਲੱਭ ਗਏ ਅਸੀਂ ਕਾਰਵਾਈ ਨਹੀਂ ਕਰਦੇ। ਆਹ ਦੋਸ਼ੀਆਂ ਵਾਲੀ ਸੇਵਾ ਮੈਨੂੰ ਦੇ ਦਿਓ, ਤੇ ਜੇ ਮੈਂ ਦੋਸ਼ੀ ਨਾ ਲੱਭ ਸਕਿਆ, ਠੀਕ ਆ, ਮੈਂ ਆਪਦੀ ਧੌਣ ਵੜਾ ਦੂੰਗਾ ਤੇ ਸੰਗਤ ਦੇ ਅੱਗੇ ਰੱਖ ਦੂੰਗਾ। ਇਸ ਤੋਂ ਵੱਧ ਅਸੀਂ ਕੀ ਕਰ ਸਕਦੇ ਹਾਂ? ਜੀ ਦੋਸ਼ੀ ਦੀ ਗੱਲ ਕੀਤੀ, ਕੋਈ ਮੈਂ ਸਮਝਦਾ ਕਿ ਕੋਈ ਮੰਨ ਲਓ ਕੋਈ SIT ਆ, ਭਾਵੇਂ ਸਰਕਾਰੀ ਲੈਵਲ ਤੇ ਉਹ ਜਾਂਚਾਂ ਨਹੀਂ ਹੁੰਦੀਆਂ, ਪਰ ਇੱਕ SIT ਆ, ਕੋਈ ਵੀ ਜਾਂਚ ਕਮੇਟੀ, ਉਹਦੀ ਇੱਕ ਜ਼ਿੰਮੇਵਾਰੀ ਬਣਦੀ ਆ ਵੀ ਉਹ ਉਸ ਚੀਜ਼ ਦੀ ਤਹਿ ਤੱਕ ਪਹੁੰਚੇ। ਸੋ ਜਥੇਦਾਰ ਸਾਹਿਬ ਇੰਟਰਵਿਊ 'ਚ ਜੋ ਚੀਜ਼ਾਂ ਦੱਸ ਰਹੇ ਨੇ, ਜਿਸ ਹਿਸਾਬ ਨਾਲ ਕਹਿੰਦੇ ਵੀ ਇੱਕ ਕੰਪਨੀ ਨੂੰ ਠੇਕਾ ਦਿੱਤਾ ਗਿਆ ਜਿਸ ਨੂੰ 4 ਕੰਮ ਦਿੱਤੇ ਗਏ ਸੀਗੇ। ਸੋ 4ਾਂ ਦੇ ਵਿੱਚੋਂ ਉਹਨਾਂ ਨੇ ਇੱਕ ਕੰਮ ਕੀਤਾ ਤੇ 3 ਕੰਮ ਛੱਡਤੇ, ਤੇ ਜਿਹੜਾ ਉਹਨਾਂ ਨੂੰ ਪੈਸਾ ਉਹ 4 ਕੰਮਾਂ ਦਿੱਤਾ ਗਿਆ, ਤੇ 5 ਸਾਲ ਲਈ ਕੰਟਰੈਕਟ ਵੀ ਉਹਦਾ ਵਧਾ ਦਿੱਤਾ ਗਿਆ ਵਾ। ਸੋ ਜਾਂਚ ਦੇ ਵਿੱਚ ਜਿੱਥੇ ਇਹ ਚੀਜ਼ ਆਉਂਦੀ ਹੈ ਵੀ ਹਾਂ ਉਸ ਕੰਪਨੀ ਨੂੰ ਇਹ ਠੇਕਾ ਦਿੱਤਾ ਗਿਆ ਤੇ ਆਹ ਕੰਮ ਨਹੀਂ ਹੋਏ, ਤੇ ਜਾਂਚ ਦੇ ਵਿੱਚ ਇਹ ਵੀ ਚੀਜ਼ ਆਉਣੀ ਚਾਹੀਦੀ ਉਹਨੂੰ ਠੇਕਾ ਕਿਹਨਾਂ ਨੇ ਦਿੱਤਾ ਤੇ ਕਿਹਨਾਂ ਨੇ ਐਕਸਟੈਂਸ਼ਨ ਦਿੱਤੀ, ਕਿ ਉਹਨਾਂ ਦਾ ਨਾਮ ਦੇ ਵਿੱਚ ਆਉਣਾ ਚਾਹੀਦਾ ਸੀ ਜੀ। ਕੁੱਤੀ ਚੋਰਾਂ ਨਾਲ ਰਲੀ ਹੋਈ ਆ ਭਾਜੀ। ਇਹ ਸਵਾਲ ਤਾਂ ਉਸ ਨਿੱਜੀ ਚੈਨਲ ਵਾਲੇ ਪੱਤਰਕਾਰ ਨੂੰ ਵੀ ਕਰਨਾ ਬਣਦਾ ਸੀ, ਠੀਕ ਆ। 10 ਸਾਲ ਦਾ ਤੁਸੀਂ, ਜੇ ਆਪਾਂ ਮੈਂ ਹੁਣ ਇੱਕ ਖੇਤੀਬਾੜੀ ਕਰਦੇ ਆ, ਆਪਾਂ ਬੰਦਾ ਰੱਖਦੇ ਆ, ਆਪਾਂ 6 ਮਹੀਨਿਆਂ ਬਾਅਦ ਫਸਲ ਕੱਟਦੇ ਆ, ਵੱਢਦੇ ਆ, ਆਪਾਂ ਸਾਰਾ ਬਾਇਓਡਾਟਾ ਲਿਖਦੇ ਆ ਵੀ ਕਿੰਨਾ ਖਰਚਾ ਹੋਇਆ, ਕੀ ਹੋਇਆ। ਤਾਂ ਇਹ PhD ਵਾਲੇ ਸੁੱਤੇ ਹੀ ਪਏ ਸੀ 10 ਸਾਲਾਂ ਦੇ ਜੀ। ਤੇ ਦੂਜੀ ਗੱਲ ਇਹ ਕਹਿੰਦੇ ਆ ਵੀ 10 ਕਰੋੜ ਰੁਪਇਆ ਉਹਦਾ 75% ਵੀ ਇੰਨਾ SGPC ਦਾ ਉਹ ਲੈ ਗਏ। ਠੀਕ ਆ ਜੀ, ਲੈ ਗਏ। ਮੈਂ ਕਹਿੰਦਾ ਇੱਕ ਵਾਰੀ ਜਥੇਦਾਰ ਜੀ ਨੂੰ ਆਪਦੇ ਅਹੁਦੇ ਦਾ ਹੈਸੀਅਤ ਰੱਖ ਕੇ ਕਿ ਮੈਂ ਜਥੇਦਾਰ ਆ, ਸੰਗਤ ਅੱਗੇ ਇੱਕ ਵਾਰੀ ਹੁਕਮਨਾਮਾ ਹੀ ਪਾਸ ਕਰ ਦੇ ਕਿ ਭਾਈ
ਫ੍ਰੀ ਸੇਵਾ ਕਰਨ ਨੂੰ ਦੁਨੀਆ ਤਿਆਰ ਬੈਠੀ ਆ, ਤਿਆਰ ਬਿਲਕੁਲ ਤਿਆਰ ਬੈਠੀ ਆ। ਹੁਣ ਮੈਂ ਕਹੀ ਜਾਂਦਾ ਨਾ ਤੁਹਾਨੂੰ ਇਸੇ ਗੱਲ ਦਾ, ਪਰ ਗੱਲ ਤੋਂ ਵੀ ਹੁਕਮਨਾਮਾ ਜਾਰੀ ਕਰ ਦਿਓ ਤੁਸੀਂ ਇਸ ਗੱਲ ਦਾ ਕਿ ਠੀਕ ਆ ਭਾਈ ਗੁਰਸਿੱਖ ਆ ਜਾ ਤੇ ਸੇਵਾ ਸੰਭਾਲ ਲੈ, ਤੇ ਜੇ ਨਾ ਲੱਭ ਕੇ ਤੇ ਨਾ ਸਜ਼ਾਵਾਂ ਦਿੱਤੀਆਂ ਮੈਂ ਆਪਦੇ ਹੱਥਾਂ ਨਾਲ ਦੇਵਾਂਗਾ। ਹੋਰ ਦੱਸੋ, ਜੇ ਗਾਟੇ ਲਾਉਣੇ ਪਏ ਤਾਂ ਆਪਦੇ ਹੱਥ ਨਾਲ ਲਾਵਾਂਗੇ, ਕੋਈ ਇਸ ਗੱਲ ਦਾ ਨਹੀਂ, ਕਿਉਂਕਿ ਇੱਥੇ ਸਾਡੇ ਪਿਓ ਦੀ ਦਾੜੀ ਨੂੰ ਹੱਥ ਪਾਇਆ ਉਹਨਾਂ ਨੇ। ਅਸੀਂ ਕਿੰਨਾ, ਤੇ ਤੁਸੀਂ ਜੇ ਗੱਲ ਕਰੋ ਵੀ SIT ਦੀ ਤੇ ਵੀ ਜਾਂਚ ਕਮੇਟੀ, ਇਹਨਾਂ ਨੇ ਅੱਜ ਤੱਕ ਦੇਤਾ ਜੋ ਹੁਣ ਦੇ ਦੇਣਗੇ ਜੀ। ਨਿਊਜ਼ੀਲੈਂਡ ਦਾ ਇੱਕ ਐਗਜ਼ਾਮਪਲ ਦਿੰਨਾ ਭਾਜੀ ਮੈਂ, ਪਿਛਲੇ ਸਾਲ ਮਸਜਿਦ ਦੇ ਵਿੱਚ ਇੱਕ ਆਸਟ੍ਰੇਲੀਅਨ ਬੰਦੇ ਨੇ ਜਾ ਕੇ ਮਸਜਿਦ ਤੇ ਹਮਲਾ ਕੀਤਾ ਸੀ। 19 ਮਿੰਟਾਂ ਦੇ ਵਿੱਚ ਉਹਨੇ 51 ਬੰਦੇ ਮਾਰਤੇ ਤੇ 40 ਬੰਦੇ ਜ਼ਖਮੀ ਕਰਤੇ ਸੀ। ਪਿਛਲੇ ਸਾਲ ਦੀ ਗੱਲ ਆ। ਤੇ ਅੱਜ ਪਿਛਲੇ ਵੀਰਵਾਰ ਨੂੰ ਉਹਨੂੰ ਸਜ਼ਾ ਸੁਣਾਤੀ। ਆ ਹੁੰਦੀ ਹੈ ਜਾਂਚ। ਤੇ ਆਪਣੇ ਵਾਲੇ ਤਾਂ ਹੁਣ ਮੈਂ ਪਹਿਲਾਂ ਗੱਲ ਕਰਕੇ ਹਟਿਆ ਨਾ, ਜਦੋਂ ਕੋਈ ਇੱਕ ਸਿੱਖ ਬੰਦਾ ਕੁਛ ਕਰਦੇ ਉਹਦੇ ਉੱਤੇ ਨਾਲ ਦੀ ਨਾਲ ਪਰਚਾ ਪਾ ਕੇ ਤੇ ਮੈਂ ਕਹਿੰਦਾ ਸ਼ਾਮ ਵੀ ਨਹੀਂ ਹੋਣ ਦਿੰਦੇ ਤੇ ਉਹਦੇ ਸਾਰੇ ਟੱਬਰ ਦੇ ਭਾਂਡੇ ਬਕਵਾ ਦਿੰਦੇ ਨੇ। ਤੇ ਪਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਵੀ ਸਾਨੂੰ ਇਨਸਾਫ ਦੇਣਗੇ ਜਾਂ ਨਹੀਂ ਦੇਣਗੇ, ਉੱਥੇ ਤਾਂ ਗੱਲ ਹੈ ਹੀ ਨਹੀਂ ਜੀ। ਸਬਜੀ ਜੀ ਆਪਾਂ ਦੁਬਾਰਾ ਇਸ ਮੁੱਦੇ ਤੇ ਆਉਂਦੇ ਆ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਸੁਮੇਧ ਸੈਣੀ ਦੇ ਮੁਲਤਾਨੀ ਕੇਸ ਦੀ ਗੱਲ ਕੀਤੀ ਜਾਵੇ ਤਾਂ ਸੁਮੇਧ ਸੈਣੀ ਤੇ ਜਿਹੜਾ ਸ਼ਿਕੰਜਾ ਫਸਿਆ ਗਿਆ ਹੈ, ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਗ੍ਰਿਫਤਾਰੀ ਲਈ ਸੁਮੇਧ ਸੈਣੀ ਦੀ। ਸੋ ਅੱਜ ਇਹ ਵੀ ਖਬਰ ਆ ਰਹੀ ਹੈ ਵੀ ਜਿਹੜਾ ਬਾਈਬਲ ਕਲਾਂ ਗੋਲੀकांड ਹੋਇਆ ਸੀਗਾ, ਉੱਥੋਂ ਜਿਹੜਾ ਮੌਕੇ ਦਾ ਅਫਸਰ ਸੀਗਾ ਉਹ ਸਰਕਾਰੀ ਗਵਾਹ ਬਣ ਕੇ ਗਵਾਹੀ ਦੇਣ ਲਈ ਤਿਆਰ ਆ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਜੋ ਪਿੱਛੇ ਹੋਈ ਜਾਂਦਾ ਉਹੀ ਅਗਾਂਹ ਹੋਣਾ। ਸਰਕਾਰਾਂ ਹੁਣ ਇਲੈਕਸ਼ਨਾਂ ਦੇ ਟਾਈਮ ਨੇ, ਜੇ ਉਹ ਗਵਾਹੀ ਦੇ ਦਿੰਦਾ, ਇਹਨਾਂ ਦੇ ਪੱਖ 'ਚ ਦੇ ਦਿੰਦਾ, ਮੰਨ ਲਓ ਵੀ ਆਪਣੇ ਸਿੱਖਾਂ ਦੇ ਪੱਖ 'ਚ ਦੇ ਦਿੰਦਾ, ਤਾਂ ਵੀ ਕਾਰਵਾਈ ਨਹੀਂ ਚੱਲਣੀ। ਠੀਕ ਆ ਜੀ। ਤੇ ਜੇ ਬਾਦਲ ਦੇ ਹੱਕ 'ਚ ਨਹੀਂ ਵੀ ਦਿੰਦਾ ਤਾਂ ਵੀ ਨਹੀਂ, ਕਿਉਂਕਿ ਇਹਨਾਂ ਨੇ ਆਪਦੀਆਂ ਵੋਟਾਂ ਲੈਣੀਆਂ ਨੇ, ਹਮਦਰਦੀ ਲੈਣੀ ਆ। ਇਹ ਖਾਲਿਸਤਾਨ ਦਾ ਨਾਮ ਯੂਜ਼ ਕਰ ਕਰਕੇ ਅੱਜ ਤੱਕ ਵੋਟਾਂ ਇਹਨਾਂ ਨੇ ਲਈਆਂ ਨੇ, ਕਿਵੇਂ ਨਾ ਕਿਵੇਂ ਕਰਕੇ ਸਿੱਖਾਂ ਦੇ ਹੱਕਾਂ ਦੇ ਵਿੱਚ ਗੱਲ ਕਰ ਦਿੰਦੇ ਨੇ। ਉਦੋਂ ਬਾਅਦ 5 ਸਾਲ ਕੁਛ ਨਹੀਂ ਹੁੰਦਾ। ਸਹੁੰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਖਾਧੀ ਸੀ ਗੁਟਕੇ ਦੀ ਕਿ ਮੈਂ ਨਸ਼ਾ ਹਟਾ ਦੂੰਗਾ। ਤੇ ਉਹੀ ਚੀਜ਼ ਇਹਨਾਂ ਦੀ ਹੈ ਜੀ। ਇਸ ਚੀਜ਼ ਤੇ ਦੇਖੋ, ਇਹ ਚੀਜ਼ਾਂ ਸਿਰਫ ਔਰ ਸਿਰਫ ਨਾ ਇੱਕ ਰਿਊਮਰਸ ਕ੍ਰੀਏਟ ਕਰਨ ਵਾਲੀਆਂ ਹੁੰਦੀਆਂ ਨੇ, ਫੇਕ ਨਿਊਜ਼, ਕਿ ਮਤਲਬ ਜਿਹੜਾ ਅਸਲ ਮੁੱਦਾ ਹੈ ਉਹਨਾਂ ਤੋਂ ਲੋਕਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਭਟਕਾਇਆ ਜਾਵੇ। ਠੀਕ ਆ। ਤੇ ਉਹੀ ਚੀਜ਼ ਇਹ ਹੁਣ ਕਰ ਰਹੇ ਨੇ, ਉਹੀ ਚੀਜ਼ ਇਹਨਾਂ ਨੇ ਪਹਿਲਾਂ ਕੀਤੀ ਸੀ। ਨਹੀਂ ਤਾਂ ਸਭ ਨੂੰ ਪਤਾ ਦੋਸ਼ੀ ਕੌਣ ਆ, ਸਭ ਨੂੰ ਪਤਾ, ਕਲੀਅਰਲੀ ਕਹਿੰਦੇ ਆ ਬਾਦਲ ਪਰਿਵਾਰ ਮੇਨ ਦੋਸ਼ੀ ਆ ਜੀ। ਤੇ ਹੁਣ ਜਿਨ੍ਹਾਂ ਨੂੰ ਇਸ ਚੀਜ਼ ਦਾ ਪਤਾ, ਉਹ ਉਸ ਚੀਜ਼ ਦੀ ਜੱਦੋਜਹਿਦ ਕਰੀ ਜਾਂਦੇ ਨੇ। ਤੇ ਜਿਨ੍ਹਾਂ ਨੂੰ ਕਰਨੀ ਬਣਦੀ ਆ, ਜੇ ਆਪਾਂ ਅਕਾਲ ਤਖਤ ਜਥੇਦਾਰ ਦੀ ਗੱਲ ਕਰੀਏ, ਠੀਕ ਆ, ਹੁਣ ਸੁਣਨ ਵਾਲਿਆਂ ਨੂੰ ਤਾਂ ਇਹੀ ਲੱਗਣਾ ਹੋਣਾ ਕਿ ਭਾਈ ਇਹ ਜਥੇਦਾਰ ਨੂੰ ਟਾਰਗੇਟ ਕਰੀ ਜਾਂਦੇ ਨੇ, ਇਹ ਕੁਰਸੀ ਨੂੰ ਟਾਰਗੇਟ ਕਰੀ ਜਾਂਦੇ ਨੇ। ਇਸੇ ਕਰਕੇ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਅਸੀਂ ਸਿਰਫ ਔਰ ਸਿਰਫ ਜੋ ਉਹਨਾਂ ਨੂੰ ਅਹੁਦਾ ਦਿੱਤਾ, ਉਸ ਅਹੁਦੇ ਦੀ ਉਹ ਪਾਲਣਾ ਕਰਨ, ਕਿ ਤਾਂ ਕਿ ਇੱਕ ਸਾਨੂੰ ਇੱਕ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਜਿਹੜੀ ਦੁਵਿਧਾ ਪਈਆਂ ਨੇ ਉਹ ਨਿਕਲ ਸਕਣ ਕਿਵੇਂ ਨਾ ਕਿਵੇਂ ਕਰਕੇ। ਦੁਬਾਰਾ ਉਹੀ ਗੱਲ ਫੇਰ ਆਉਂਦੀ ਹੈ, ਜਾਂਚ ਤੇ ਗੱਲ ਆ ਜਾਂਦੀ ਆ। ਸੋ ਜਥੇਦਾਰ ਸਾਹਿਬ ਨੇ ਇੱਕ ਗੱਲ ਕੀਤੀ ਹੈ ਵੀ ਉਹਦੇ ਵਿੱਚ ਕੋਈ ਕਮਲਜੀਤ ਸਿੰਘ ਸੀ ਜਿਹੜਾ ਰਿਕਾਰਡ ਦਾ ਸਾਰਾ ਜਿਹਦੇ ਕੋਲ ਸੀਗਾ, ਉਹ ਦੇਖਣ ਦੀ ਜ਼ਿੰਮੇਵਾਰੀ ਸੀਗੀ। 31 ਮਈ ਨੂੰ ਉਸ ਬੰਦੇ ਦੀ ਰਿਟਾਇਰਮੈਂਟ ਹੁੰਦੀ ਹੈ ਤੇ ਰਿਟਾਇਰਮੈਂਟ ਤੋਂ ਪਹਿਲਾਂ ਇਹ ਜੋ ਉਹ ਚਾਰਜ ਅਗਲੇ ਆਪਣੇ ਸੰਬੰਧਿਤ ਅਧਿਕਾਰੀ ਨੂੰ ਦੇ ਕੇ ਜਾਂਦਾ, ਤਾਂ ਉਸ ਸਮੇਂ ਪਵਿੱਤਰ ਸਰੂਪਾਂ ਦੀ ਗਾਇਬ ਹੋਣ ਦੀ ਗੱਲ ਜਿਹੜੀ ਬਾਹਰ ਨਿਕਲ ਕੇ ਆਉਂਦੀ ਹੈ। ਸੋ ਜਥੇਦਾਰ ਸਾਹਿਬ ਨੇ ਵਿੱਚ ਇੱਕ ਬਹੁਤ ਇੰਟਰਸਟਿੰਗ ਗੱਲ ਕਹੀ ਹੈ ਵੀ ਉਹਨਾਂ ਨੂੰ ਉਹ ਸਸਪੈਂਡ ਹੋਣ ਤੋਂ ਬਚ ਜਾਂਦੇ ਨੇ। ਸੋ ਉਹਦੇ ਪਿੱਛੇ ਕੀ ਕਾਰਨ ਰਿਹਾ ਇਹਦੇ ਬਾਰੇ ਮੈਨੂੰ ਨਹੀਂ ਪਤਾ, ਕਿ ਇਹ ਵੀ ਇੱਕ ਜਾਂਚ ਦਾ ਵਿਸ਼ਾ ਨਹੀਂ ਸੀਗਾ ਵੀ ਉਹ ਸਸਪੈਂਡ ਹੋਣੋਂ ਕਿਉਂ ਬਚੇ ਤੇ ਕਿੰਨਾ ਨੇ ਉਹਨੂੰ ਬਚਾਇਆ। ਇਹ ਵੀ ਇੱਕ ਜਾਂਚ ਦਾ ਵਿਸ਼ਾ ਸੀ ਨਾ, ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹ ਜ਼ਿੰਮੇਵਾਰੀ ਲਈ ਸੀਗੀ ਜਾਂ SGPC ਨੇ ਜ਼ਿੰਮੇਵਾਰੀ ਦਿੱਤੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਨਾ ਵੀ ਸਸਪੈਂਡ ਹੋਣ ਤੋਂ ਕਿਉਂ ਉਹ ਬੰਦਾ ਬਚਿਆ, ਕਿਹੜੀਆਂ ਸ਼ਕਤੀਆਂ ਸੀ ਜਿਨ੍ਹਾਂ ਨੇ ਉਹਨੂੰ ਸਸਪੈਂਡ ਹੋਣ ਤੋਂ ਬਚਾਇਆ ਜੀ। ਸ਼ਕਤੀਆਂ ਉਹੀ ਸੀ ਜਿਨ੍ਹਾਂ ਦੀ ਮਤਲਬ ਟੇਪ ਕੰਨ 'ਚ ਸੁਣ ਕੇ ਤੇ ਚੈਨਲ ਦੇ ਉੱਤੇ ਆ ਕੇ ਸਾਰੀ ਟੇਪ ਰਿਕਾਰਡਿੰਗ ਉਵੇਂ ਚਲਾਤੀ, ਉਹਨਾਂ ਦੀਆਂ ਸ਼ਕਤੀਆਂ ਸੀਗੀਆਂ। ਹੋਰ ਇਸ ਗੱਲ ਨੂੰ ਜਿੰਨਾ ਆਪਾਂ ਮਰਜ਼ੀ ਵਧਾ ਲਈਏ, ਜਦ ਪਹਿਲੀ ਗੱਲ ਤਾਂ ਇਹ ਬਹੁਤ ਇੱਕ ਸੋਚਣ ਵਾਲੀ ਗੱਲ ਆ ਕਿ ਆਪਣੇ ਸਿੱਖ ਇਤਿਹਾਸ ਦੇ ਵਿੱਚ ਜਥੇਦਾਰ ਆ ਕੇ ਸਟੇਜਾਂ ਦੇ ਉੱਤੇ ਕਹਿ ਲਈਏ ਜਾਂ ਆਪਾਂ ਚੈਨਲਾਂ ਦੇ ਉੱਤੇ ਕਹਿ ਲਈਏ ਸਫਾਈਆਂ ਦੇ ਰਹੇ ਨੇ। ਸਫਾਈ ਦੇਣੀ ਤਾਂ ਬਣਦੀ ਸੀਗੀ SGPC ਦੇ ਪ੍ਰਧਾਨ ਦੀ ਜਾਂ ਕਿਸੇ ਸੈਕਟਰੀ ਦੀ, ਪਰ ਆਪਾਂ ਦੇ ਰਹੇ ਹਾਂ। ਮੈਨੂੰ ਤਾਂ ਅਗਰ ਸਹੀ ਪੁੱਛੋ, ਮੈਂ ਆਪਣੇ ਦਿਲ ਦੀ ਗੱਲ ਦੱਸਾਂ ਤਾਂ ਉਹ 45 ਮਿੰਟ ਜਾਂ ਘੰਟਾ ਜਿਹੜੇ ਉਹਨਾਂ ਦੇ ਨਿੱਜੀ ਚੈਨਲ ਦੇ ਉੱਤੇ ਗੱਲਬਾਤ ਕੀਤੀ ਆ, ਮੈਨੂੰ ਤਾਂ ਇਹ ਨਹੀਂ ਸਮਝ ਆਈ ਵੀ ਉਹ ਆ ਕੇ ਕੀ ਬੋਲ ਗਏ ਤੇ ਵਿਸ਼ਾ ਕੀ ਸੀ ਬੋਲਣ ਦਾ, ਗੱਲ ਕੀ ਕਰਨੀ ਸੀ ਤੇ ਕਹਿ ਕੀ ਗਏ। ਹੁਣ ਜੇ ਤੁਸੀਂ ਗੱਲ ਕਰੋ ਵੀ ਹਾਂ ਵੀ ਉਹ ਸਸਪੈਂਡ ਹੋ ਰਹੇ ਸੀ, ਦੇਖੋ ਭਾਜੀ ਇਹ ਸਿਰਫ ਔਰ ਸਿਰਫ ਨਾ ਮਿੱਠੀਆਂ ਗੋਲੀਆਂ ਨੇ ਜੋ ਸੰਗਤ ਨੂੰ ਟਾਈਮ ਤੇ ਦੇਈ ਰੱਖੋ ਤੇ ਸੰਗਤ ਬਸ ਚੁੱਪ ਆ।
ਜੇ ਤੁਹਾਨੂੰ ਪਤਾ ਲੱਗ ਗਿਆ, ਤੁਸੀਂ ਬੜੇ ਖੁਸ਼ ਹੋ ਕੇ ਹੱਸ ਕੇ ਕਹਿ ਰਹੇ ਹੋ ਦੇਖੋ ਜੀ ਮੈਂ ਤਾਂ ਦੁੱਧ ਦਾ ਦੁੱਧ ਕਰਤਾ, ਮੈਂ ਪਾਣੀ ਦਾ ਪਾਣੀ ਕਰਤਾ, ਠੀਕ ਆ, ਤਾਂ ਫਿਰ ਤੁਹਾਨੂੰ ਬੰਦੇ ਪਤਾ ਲੱਗ ਗਏ, ਤਾਂ ਫਿਰ ਤੁਸੀਂ ਡੀਕ ਕਿਹਦੀ ਕਰੀ ਜਾਂਦੇ ਹੋ? ਡੀਕ ਉਹਨਾਂ ਦੀ ਹੋ ਰਹੀ ਹੈ ਜਿਨ੍ਹਾਂ ਨੇ ਕਿਹਾ ਸੀ ਤੁਸੀਂ ਬਸ ਠੋਕ ਦੋ, ਅਸੀਂ ਕਹਿ ਰਹੇ ਹਾਂ ਠੋਕ ਦੋ ਬਸ। ਪਰ ਉਹੀ ਚੀਜ਼ ਆ ਭਾਜੀ, ਪਿੱਛੇ ਪਾਵਰ ਕੋਈ ਹੋਰ ਬੋਲਦੀ ਆ, ਮਜਬੂਰ ਨੇ, ਉਹਨਾਂ ਨੂੰ ਵੀ ਪਤਾ ਕਿ ਮੈਂ ਮਜਬੂਰ ਆ, ਤਾਂ ਹੀ ਉਹਨਾਂ ਨੇ ਹੱਥ ਜੋੜ ਕੇ ਇਹ ਗੱਲ ਕਹੀ ਹੈ ਕਿ ਮੈਂ ਚਾਹਣਾ ਕਿ ਕੋਈ ਗੁਰਸਿੱਖ ਕਾਬਲ ਬੰਦਾ ਸੇਵਾ ਲੈ ਲੇ, ਠੀਕ ਆ, ਕਿਉਂਕਿ ਉਹਨਾਂ ਦੀ ਜਿਹੜੀ ਸੋਚ ਆ ਉਹ ਕਿਤੇ ਨਾ ਕਿਤੇ ਗੁਲਾਮ ਹੋਈ ਪਈ ਆ, ਉਹ ਮਜਬੂਰ ਨੇ, ਇਹ ਗੱਲ ਉਹ ਬੜੀ ਚੰਗੀ ਤਰ੍ਹਾਂ ਜਾਣਦੇ ਨੇ। ਨਹੀਂ ਤਾਂ ਜੇ ਉਹ ਬੋਲਣ ਤਾਂ ਭਾਈ ਗੁਰਮੁਖ ਸਿੰਘ ਦਾ ਕੀ ਹਾਲ ਹੋਇਆ ਪਿੱਛੇ ਦੇਖਿਆ ਹੀ ਆਪਾਂ ਜੀ, ਠੀਕ ਹੈ ਨਾ। ਤੇ ਇਹੀ ਚੀਜ਼ ਇਹਨਾਂ ਨਾਲ ਹੋ ਜਾਊਗੀ, ਇਹੀ ਚੀਜ਼ ਆਉਣ ਵਾਲਿਆਂ ਦਾ ਆਉਣ ਵਾਲੇ ਜਥੇਦਾਰਾਂ ਨਾਲ ਹੋਊਗੀ। ਤੇ ਉਹੀ ਮੈਂ ਤੁਹਾਨੂੰ ਫੇਰ ਕਹਿੰਦਾ ਕਿ ਅਸੀਂ ਆਪਦੇ ਆਪ ਨੂੰ ਮਤਲਬ ਪਰਮਾਤਮਾ ਅੱਗੇ ਅਰਦਾਸ ਕਰਕੇ ਕਵਾਂਗੇ ਕਿ ਅਸੀਂ ਕਾਬਲ ਸਮਝਦੇ ਹਾਂ, ਸਾਨੂੰ ਇਹ ਛੋਟੀ ਜੀ ਸੇਵਾ ਤੁਸੀਂ ਦਿਓ, ਫਿਰ ਵੇਖਦੇ ਹਾਂ ਕਿ ਦੋਸ਼ੀ ਕਿਵੇਂ ਤੇ ਕੌਣ ਨਿਕਲਦਾ। ਜੀ ਸਰਬਜੀਤ ਜੀ, ਇੱਕ ਨਾ ਬਹੁਤ ਅਹਿਮ ਸਵਾਲ ਹੈ। ਅਸੀਂ ਜਿਹੜੇ ਅਸੀਂ ਦੇਸ਼ ਵਿੱਚ ਰਹਿ ਰਹੇ ਹਾਂ ਤਾਂ ਭਾਰਤ ਤੇ ਇੰਡੀਆ ਸ਼ਬਦ ਯੂਜ਼ ਕਰਦੇ ਹਾਂ ਦੇਸ਼ ਲਈ, ਜਿੱਥੇ ਅਸੀਂ ਰਹਿ ਰਹੇ ਹਾਂ। ਸੋ ਜਦੋਂ ਖਾਲਿਸਤਾਨ ਦੀ ਗੱਲ ਤੁਰਦੀ ਹੈ ਤਾਂ ਉਦੋਂ ਜਵਾਬ ਇਹ ਹੁੰਦਾ ਵਾ ਵੀ ਜੇ ਹਿੰਦੁਸਤਾਨ ਕਹਿੰਦੇ ਨੇ ਸ਼ਿਵ ਸੈਨਾ ਵਾਲੇ ਜਾਂ ਹੋਰ ਜਥੇਬੰਦੀ ਹਿੰਦੁਸਤਾਨ ਕਹਿੰਦੇ ਤਾਂ ਅਸੀਂ ਖਾਲਿਸਤਾਨ ਕਿਉਂ ਨਹੀਂ ਕਹਿ ਸਕਦੇ। ਪਰ ਜਿਹੜੀ ਆਪਾਂ ਇੰਟਰਵਿਊ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ 2 ਵਾਰ ਜਥੇਦਾਰ ਸਾਹਿਬ ਵੱਲੋਂ ਹਿੰਦੁਸਤਾਨ ਸ਼ਬਦ ਆਪਣੇ ਮੂੰਹੋਂ ਵਰਤਿਆ ਗਿਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਖੋ ਭਾਜੀ, ਇਹਦੇ ਬਾਰੇ ਮੈਂ ਅਗਰ ਤੁਹਾਨੂੰ ਥੋੜਾ ਜਿਹਾ ਇੱਕ ਕਵਾਂ ਵੀ ਕਈ ਵਾਰੀ ਹੁਣ ਇਹ ਨਾ ਸੋਚਿਓ ਕਿ ਮੈਂ ਉਹਨਾਂ ਦੇ ਪੱਖ ਦੀ ਗੱਲ ਕਰੂੰਗਾ ਜਾਂ ਮੈਂ ਗੱਲ ਨਹੀਂ ਕਰ ਸਕਦਾ, ਕਿਉਂਕਿ ਜਿਵੇਂ ਉਹ ਇੱਕ ਐਜ਼ ਅ ਜਥੇਦਾਰ ਨੇ, ਉਹਨਾਂ ਨੂੰ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਆ। ਕਿਉਂਕਿ ਕਈ ਵਾਰੀ ਜਿਵੇਂ ਹੁਣ ਮੈਂ ਵੀ ਆਪਦੀ ਵੀਡੀਓਜ਼ 'ਚ ਗੱਲ ਕਰਾਂ, ਮੇਰੇ ਮੂੰਹ ਚੋਂ ਵੀ ਬਹੁਤ ਵਾਰੀ ਹਿੰਦੁਸਤਾਨ ਨਿਕਲਿਆ, ਪਰ ਹਿੰਦੁਸਤਾਨ ਬੋਲ ਕੇ ਤੁਸੀਂ ਆਲਰੇਡੀ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰ ਦਿੰਦੇ ਹੋ ਕਿ ਇਹ ਜਿਹੜਾ ਭਾਰਤ ਆ ਉਹ ਹਿੰਦੁਸਤਾਨ ਦਾ, ਇਹ ਹਿੰਦੂਆਂ ਦਾ, ਸੌਰੀ, ਠੀਕ ਆ। ਤਾਂ ਫਿਰ ਉੱਥੇ ਆਪਾਂ ਦੂਜੇ ਲੋਕਾਂ ਨੂੰ ਕੀ ਸਮਝਾਵਾਂਗੇ ਜਿਨ੍ਹਾਂ ਵਾਸਤੇ ਅਸੀਂ ਅੱਜ ਲੜੀ ਜਾਂਦੇ ਆ, ਅਸੀਂ ਹੱਕਾਂ ਲਈ ਲੜੀ ਜਾਂਦੇ ਆ ਆਪਦਿਆਂ ਲਈ। ਉਹਦਾ ਫਿਰ ਸਾਨੂੰ ਪਹਿਲਾਂ ਹੀ ਕਹਿ ਦੇਣਗੇ ਜਾਂ ਤੁਸੀਂ ਤਾਂ ਆਪ ਹੀ ਹਿੰਦੁਸਤਾਨ ਮੰਨੀ ਜਾਂਦੇ ਹੋ, ਫਿਰ ਤੁਸੀਂ ਕਿਹੜੇ ਹਿੰਦੂ ਰਾਸ਼ਟਰ ਦੀ ਜਾਂ ਤੁਸੀਂ ਖਾਲਿਸਤਾਨ ਦੀ ਗੱਲ ਕਰ ਰਹੇ ਹੋ, ਠੀਕ ਹੈ ਨਾ। ਕਿਉਂਕਿ ਦੋਨੇ ਗੱਲਾਂ ਆ ਜਾਂਦੀਆਂ ਨੇ। ਇਸ ਗੱਲ ਨੂੰ ਆਪਾਂ ਨਿੱਜੀ ਤੌਰ ਤੇ ਉਹਨਾਂ ਤੇ ਵਾਰ ਨਹੀਂ ਕਰ ਸਕਦਾ ਮੈਂ, ਜਾਂ ਕਹਿ ਨਹੀਂ ਸਕਦਾ ਉਹਨਾਂ ਨੂੰ। ਹੋ ਸਕਦਾ ਉਹਨਾਂ ਦੀ ਮਤਲਬ ਜਿਵੇਂ ਆਪਾਂ ਆਮ ਗੱਲ ਕਰਦੇ ਹਾਂ ਕਿ ਹਿੰਦੁਸਤਾਨ ਦੇ ਉਵੇਂ ਕਹਿ ਦਿੱਤਾ ਹੋਵੇ, ਉਵੇਂ ਹੋ ਸਕਦਾ ਉਹਨਾਂ ਨੇ ਕਹਿ ਦਿੱਤਾ ਹੋਵੇ, ਕਿਉਂਕਿ ਇਹ ਦੇਖੋ ਭਾਜੀ, ਇਹ ਐਡਾ ਵੱਡਾ ਵਿਸ਼ਾ ਨਹੀਂ। ਜਿਹੜੇ ਵਿਸ਼ੇ ਮੇਨ ਨੇ ਕਿ ਸਾਡੇ ਬਾਪੂ ਦੀ ਦਾੜੀ ਨੂੰ ਹੱਥ ਪਾਇਆ ਉਹਨਾਂ ਨੇ, ਤੇ ਸਾਨੂੰ ਪਤਾ ਕਿੰਨਾ ਨੇ ਪਾਇਆ। ਸਾਡੇ ਕੋਲੇ ਪਾਵਰ ਵੀ ਹੈਗੀ ਆ, ਪਰ ਅਸੀਂ ਉਸ ਪਾਵਰ ਦਾ ਇਸਤੇਮਾਲ ਨਹੀਂ ਕਰ ਸਕਦੇ। ਜਦੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਗਨ ਸਾਨੂੰ ਫੜਾਤੀ, ਪਰ ਸਾਡੇ ਜਿਹੜੀਆਂ ਗੋਲੀਆਂ ਨੇ ਉਹ ਬਾਦਲ ਦੀ ਜੇਬ 'ਚ ਨੇ। ਸੋ ਉਹੀ ਸਰਬਜੀਤ ਜੀ, ਉਹੀ ਗੱਲ ਜਥੇਦਾਰ ਸਾਹਿਬ ਨੇ ਕੀਤੀ ਆ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ। ਭਾਵੇਂ ਉਹ ਬੇਅਦਬੀ ਦੀ ਗੱਲ ਕੀਤੀ ਜਾਵੇ ਜਾਂ ਪੁਰਾਣੇ ਸਮੇਂ ਜੋ ਪੰਜਾਬ ਨਾਲ ਜਾਂ ਸਿੱਖਾਂ ਨਾਲ ਧੱਕਾ ਹੁੰਦਾ ਆਇਆ, ਉਹ ਸਾਡੀਆਂ ਸਮੇਂ ਦੀ ਸਰਕਾਰਾਂ ਨੇ ਸਾਡੀ ਗੱਲ ਨਹੀਂ ਸੁਣੀ, ਭਾਵੇਂ ਪੰਜਾਬ ਦੀ ਸਰਕਾਰ ਹੋਵੇ ਜਾਂ ਕੇਂਦਰ ਦੀ ਸਰਕਾਰ ਹੋਵੇ। ਸੋ ਉਹਨਾਂ ਨੇ ਇੱਕ ਇਹ ਵੀ ਕਿਹਾ ਵੀ ਬੀਜੇਪੀ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਆ। ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਤੁਸੀਂ ਮੰਗ ਕਿਹਨਾਂ ਤੋਂ ਰਹੇ ਹੋ ਜੀ? ਮਤਲਬ ਆਪਾਂ ਕਿਹਨਾਂ ਤੋਂ ਮੰਗ ਰਹੇ ਹਾਂ ਕਿ ਸਾਨੂੰ ਮਤਲਬ ਇਨਸਾਫ ਦਿਓ? ਅੱਜ ਤੱਕ ਦੇਤਾ ਇਹਨਾਂ ਨੇ, ਜੋ ਹੁਣ ਦੇ ਦੇਣਗੇ। 93% ਸਾਡੀਆਂ ਕੁਰਬਾਨੀਆਂ ਨੇ ਜੀ। ਤੁਸੀਂ ਇੱਥੋਂ ਹੀ ਹਿਸਾਬ ਲਾ ਲਓ। ਜਿਨ੍ਹਾਂ ਨੇ ਹੁਣ, ਅਗਰ ਆਪਾਂ ਭਗਤ ਸਿੰਘ, ਊਧਮ ਸਿੰਘ ਦਾ ਐਗਜ਼ਾਮਪਲ ਲਈਏ, ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਜਦੋਂ ਕਿਤੇ ਉਹਨਾਂ ਦਾ ਬੁੱਤ ਲਾਉਣਾ ਹੁੰਦਾ, ਸ਼ਿਵ ਸੈਨਾ ਵਾਲੇ ਆ ਕੇ ਖੜ ਜਾਂਦੇ ਨੇ, ਜਾਂ ਕੋਈ ਹੋਰ ਆ ਕੇ ਖੜ ਜਾਂਦਾ। ਆ ਪਿੱਛੇ ਜੇ ਬੁੱਤ ਦੀ ਲੜਾਈ ਹੋਈ ਜਦੋਂ ਸਰਦਾਰ ਊਧਮ ਸਿੰਘ ਦੀ ਲਾਉਣੀ ਸੀ, ਤੇ ਜਿਨ੍ਹਾਂ ਨੇ ਕੁਛ ਨਹੀਂ ਕੀਤਾ, ਜਿਨ੍ਹਾਂ ਨੇ ਚਪਲੀਆਂ ਚੱਟੀਆਂ ਨੇ, ਗਾਂਧੀ ਨਹਿਰੂ ਵਰਗਿਆਂ ਨੇ, ਉਹਨਾਂ ਦੇ ਥਾਂ ਤੇ ਸਟicker ਤੇ ਬੁੱਤ ਬਣੇ ਹੋਏ ਆ। ਤਾਂ ਫਿਰ ਆਪਾਂ ਮੰਗ ਕਿਹਨਾਂ ਤੋਂ ਰਹੇ ਹੋ ਭਾਜੀ? ਹੱਕ ਕਦੇ ਵੀ ਆਪਾਂ ਕਹੀਏ ਨਾ ਵੀ ਕੋਈ ਸਾਨੂੰ ਦੇਊਗਾ ਅਸੀਂ ਫੇਰ ਲਵਾਂਗੇ। ਜਿਵੇਂ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਇਹ ਵੀ ਗੱਲ ਕਹੀ ਆ ਲਾਸਟ ਦੇ ਵਿੱਚ ਕਿ ਕੋਈ ਇਹ ਜਿਵੇਂ ਇਹ ਤਾਂ ਉਹ ਗੱਲ ਹੋ ਗਈ ਜਿਵੇਂ 10 ਕਨਾਲ ਕੋਈ ਪੈਲੀ ਦੇ ਦੇ ਜਾਂ ਕੋਈ ਲੱਖ ਰੁਪਈਆ ਦੇ ਦੇ, ਠੀਕ ਆ। ਤਾਂ ਹੁਣ ਦੇਖੋ ਤੁਸੀਂ ਵੀ ਇੱਕ PhD ਹੋਲਡਰ ਬੰਦਾ ਖਾਲਿਸਤਾਨ ਨੂੰ ਜਾਂ ਸਿੱਖ ਰਾਜ ਨੂੰ, ਸਾਡੀ ਐਡੀ ਵੱਡੀ ਮੰਗ ਆ ਕਿਉਂਕਿ ਅਸੀਂ ਗੁਲਾਮ ਆ, ਸਾਡੀ ਸੋਚ ਨੂੰ ਗੁਲਾਮ ਬਣਾਈ ਜਾਂਦੇ ਨੇ, ਸਾਡੇ ਲੋਕਾਂ ਨੂੰ ਇਹ ਚੀਜ਼ਾਂ ਅਸੀਂ ਸੁਣਨ ਨੂੰ ਮਿਲ ਰਹੀਆਂ ਨੇ। ਉੱਥੇ ਤੁਸੀਂ ਇੱਕ ਸਿੱਖ ਰਾਜ ਨੂੰ ਤੁਸੀਂ 10 ਲੱਖ ਰੁਪਈਆ ਜਾਂ ਤੁਸੀਂ ਲੱਖ ਜਾਂ 10 ਕਨਾਲਾਂ ਦੇ ਨਾਲ ਕੰਪੇਅਰ ਕਰੀ ਜਾਂਦੇ ਹੋ। ਉਹ ਵੀ ਹੈਰਾਨੀਜਨਕ ਜਵਾਬ ਸੀਗਾ ਜਥੇਦਾਰ ਸਾਹਿਬਾਂ ਦਾ ਵੀ ਇੱਕ ਪਾਸੇ ਸਿੱਖ ਜਥੇਬੰਦੀਆਂ ਕੌਮੀ ਘਰ ਦੀ ਗੱਲ ਕਰ ਰਹੀਆਂ, ਖਾਲਿਸਤਾਨ ਦੀ ਗੱਲ ਕਰ ਰਹੀਆਂ, ਤੇ ਉਹਦਾ ਕੰਪੈਰੀਜ਼ਨ 1 ਲੱਖ ਰੁਪਏ ਨਾਲ ਹੋ ਰਿਹਾ, 10 ਕਨਾਲਾਂ ਕਹਿ ਲਈਏ ਘਰ ਨਾਲ ਹੋ ਰਿਹਾ। ਸੋ ਉਹ ਤੇ ਵੀ ਸਪਸ਼ਟ ਨਹੀਂ ਸਨ ਜਥੇਦਾਰ ਸਾਹਿਬ। ਇਹ ਤਾਂ ਫਿਰ ਹੁਣ ਇਹ ਤਾਂ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਨਾ ਵੀ ਅਗਲਾ ਪੱਤਰਕਾਰ ਅੱਗੋਂ ਇਹੋ ਜਿਹਾ ਹੁੰਦਾ, ਤੁਸੀਂ ਮੈਨੂੰ ਸਵਾਲ ਕਰੀ ਜਾਂਦੇ ਹੋ। ਇਹੀ ਸਵਾਲ ਜੇ ਉਹ ਪੱਤਰਕਾਰ ਉਹਨਾਂ ਨੂੰ ਅੱਗੋਂ ਕਰਦਾ ਤਾਂ ਸ਼ਾਇਦ ਚਲੋ ਵਿਚਾਰ ਚਰਚਾ ਕਰਨ, ਹਾਂਜੀ ਉਹਨਾਂ ਦਾ ਵਿਚਾਰ ਕਰ ਰਹੇ ਹਾਂ। ਨਹੀਂ, ਬਿਲਕੁਲ ਇਸ ਗੱਲ ਨਾਲ ਮੈਂ ਪੂਰਾ ਸਹਿਮਤ ਹਾਂ ਵੀ ਤੁਸੀਂ ਇੱਕ ਖਾਲਿਸਤਾਨ ਦੇ ਮੁੱਦੇ ਨੂੰ ਜਾਂ ਇੱਕ ਸਿੱਖ ਰਾਜ ਨੂੰ ਦੇਖੋ। ਮੈਂ
ਜੇ ਸਿੱਖ ਰਾਜ ਦੀ ਗੱਲ ਕਰਦਾ ਤਾਂ ਮੈਂ ਇਹ ਜਿਵੇਂ ਹਿੰਦੂ ਰਾਸ਼ਟਰ ਵਾਲੇ ਗੱਲ ਕਰਦੇ ਆ, ਸਾਡੀ ਸੋਚ ਉਹ ਜੀ ਨਹੀਂ ਗੀ। ਅਸੀਂ ਸਾਰਿਆਂ ਨੂੰ ਨਾਲ ਚੱਲ ਕੇ ਚੱਲਣ ਵਾਲੇ ਬੰਦੇ ਆ। ਜਿਹੜੇ 2% 4% ਹਿੰਦੂ ਰਾਸ਼ਟਰ ਵਾਲਿਆਂ ਨੇ ਗੰਦ ਮਚਾਇਆ ਹੋਇਆ ਆਪਣੇ ਭਾਰਤ ਦੇ ਵਿੱਚ, ਪ੍ਰੋਬਲਮ ਸਾਰੀ ਉਹਨਾਂ ਦੀ ਆ, ਕਿਉਂਕਿ ਕਿਸੇ ਨੂੰ ਕਿਸੇ ਚੀਜ਼ ਨਾਲੋਂ ਕੋਈ ਅਚਵੀ ਨਹੀਂ ਗੀ ਵੀ ਕੀ ਹੋਈ ਜਾਂਦਾ। ਪਰ ਜਿਹੜੀ ਉਹਨਾਂ ਨੇ ਗੱਲ ਕਹੀ ਆ, ਉਹ ਇੱਕ ਬਹੁਤ ਵੱਡਾ ਇੱਕ ਵਿਸ਼ਾ ਹੈਗਾ ਸੋਚਣ ਵਾਲਾ, ਕਿ ਇੱਕ PhD ਹੋਲਡਰ ਇਹ ਚੀਜ਼ ਕਹਿ ਰਹੇ ਨੇ ਕਿ ਭਾਈ ਤੁਸੀਂ ਉਹਨੂੰ ਕੰਪੇਅਰ ਕਰੀ ਜਾਂਦੇ ਹੋ ਵੀ ਇੱਕ 10 ਕਨਾਲਾਂ ਦੀ ਪੈਲੀ ਨਾਲ ਜੀ, ਤੇ ਉਹ ਵੀ ਹੱਸ ਕੇ ਤੁਸੀਂ ਜਵਾਬ ਦੇਈ ਜਾਂਦੇ ਹੋ ਜੀ। ਸੋ ਸਰਜੀ ਜੀ, ਇੱਕ ਬਹੁਤ ਅਹਿਮ ਸਵਾਲ ਹੈ। ਬੀਤੇ ਦਿਨੀ 31 ਅਗਸਤ ਨੂੰ ਜਿਹੜੇ ਬੇਅੰਤ ਸਿੰਘ ਮੁੱਖ ਮੰਤਰੀ ਸੀ ਪੰਜਾਬ ਦੇ, ਉਹਨਾਂ ਜਿਹਨਾਂ ਐਸੈਸੀਨੇਸ਼ਨ ਕੀਤਾ ਸੀ, ਦਿਲਾਵਰ ਸਿੰਘ ਦੀ ਬਰਸੀ ਮਨਾਈ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ। ਸੋ ਹਿੰਦੂ ਜਥੇਬੰਦੀਆਂ ਵੱਲੋਂ ਉਹਨਾਂ ਉਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ। ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਵਿਰੋਧ ਬਾਬਾ ਜੀ, ਇਹੀ ਉਹ ਗੱਲ ਫੇਰ ਉੱਥੇ ਆ ਜਾਂਦੀ ਹੈ ਜਦੋਂ ਸਿੱਖ ਰਾਜ ਦੀ ਗੱਲ ਕਰਦੇ ਆ ਵੀ ਜਦੋਂ ਦਿਲਾਵਰ ਸਿੰਘ ਜੀ ਨੇ ਉਸ ਸ਼ਖਸ ਨੂੰ ਬੁੱਚੜ ਨੂੰ ਮਾਰਿਆ ਜਿਹਨੇ ਪੂਰੀ ਅੱਤ ਮਚਾਈ ਹੋਈ ਸੀ ਪੰਜਾਬ 'ਚ ਕਿਸੇ ਟਾਈਮ। ਤੇ ਸਾਡੇ ਵਾਸਤੇ ਉਹ ਸਤਿਕਾਰਯੋਗ ਸੀਗੇ, ਅੱਜ ਵੀ ਹੈਗੇ ਆ ਤੇ ਕੱਲ ਵੀ ਰਹਿਣਗੇ। ਅਸੀਂ ਤਾਂ ਪੂਜਾਂਗੇ ਸਾਡੇ ਵਾਸਤੇ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਦੱਸਿਆ ਵੀ ਸ਼ਹੀਦ ਹੋਣਾ ਕਿਹਨੂੰ ਕਹਿੰਦੇ ਨੇ, ਇਸ ਕਰਕੇ ਸਾਨੂੰ ਮੌਤ ਤੋਂ ਡਰ ਨਹੀਂ ਲੱਗਦਾ। ਤੇ ਦੂਜੇ ਪਾਸੇ ਉਹ ਨੱਥੂਰਾਮ ਗੋਡਸੇ ਵਰਗੇ ਬੰਦੇ ਨੇ, ਉਹਨੇ ਵੀ ਗਾਂਧੀ ਨੂੰ ਮਾਰਿਆ ਸੀ, ਤਾਂ ਫਿਰ ਉਹ ਜਦੋਂ ਉਹਨੂੰ ਪੂਜਦੇ ਨੇ ਜਾਂ ਉਹਦੀਆਂ ਬਰਸੀਆਂ ਮਨਾਉਂਦੇ ਨੇ, ਫਿਰ ਉਹ ਅੱਤਵਾਦੀ ਕਿਉਂ ਨਹੀਂ ਹੋਏ? ਬਿਲਕੁਲ ਜੀ, ਠੀਕ ਹੈ ਨਾ। ਕਿਉਂਕਿ ਜਦੋਂ ਤੁਸੀਂ ਜਜਮੈਂਟ ਨਜ਼ਰੀਆ ਬਦਲ ਜਾਂਦਾ, ਇੱਥੇ ਆ ਕੇ ਨਜ਼ਰੀਆ ਬਦਲ ਜਾਂਦਾ ਇਹਨਾਂ ਦਾ। ਉਹੀ ਗੱਲ ਹੈ ਨਾ, ਲੌਜਿਕ ਦੇਖੋ ਤੁਸੀਂ ਵੀ ਇੱਕ ਜਦੋਂ ਤੁਸੀਂ ਇੱਕ ਸਰਪੰਚ ਹੋ, ਤੁਸੀਂ ਇੱਕ ਧੜੇ ਵਾਸਤੇ ਦੂਜਾ ਲੌਜਿਕ ਲਾ ਰਹੇ ਹੋ, ਦੂਜੇ ਵਾਸਤੇ ਦੂਜਾ ਲੌਜਿਕ ਲਾ ਰਹੇ ਹੋ, ਤਾਂ ਫਿਰ ਕਲੈਸ਼ ਤਾਂ ਕਿਤੇ ਨਾ ਕਿਤੇ ਹੋਊਗਾ ਨਾ। ਹੁਣ ਮੈਂ ਜਿਹੜੀ ਗੱਲ ਕਹੂੰਗਾ, ਹੁਣ ਲੋਕ ਇਹ ਨਾ ਸੋਚਣ ਕਿ ਮੈਂ ਮਤਲਬ ਪੰਨੂ ਦੀ ਫੇਵਰ ਕਰੀ ਜਾਂਦਾ। ਪੰਨੂ ਨੇ ਜੇ ਆਪਣੇ ਸਿੱਖ ਫॉर ਜਸਟਿਸ ਵਾਲਿਆਂ ਨੇ ਕਹਿਤਾ ਕਿ $2500 ਮੈਂ ਇਨਾਮ ਦੇਵਾਂਗਾ ਜਿੰਨੇ ਆਪਣੇ ਕਹਿ ਦਈਏ ਵੀ ਅਰਦਾਸ ਕਰੂ ਖਾਲਿਸਤਾਨ ਦੀ। ਪਹਿਲੀ ਗੱਲ ਆ ਤਾਂ ਇਹ ਸੋਚਣ, ਇੱਕ ਵਿਚਾਰਨ ਵਾਲਾ ਵਿਸ਼ਾ, ਪੰਜਾਬ ਦੇ ਵਿੱਚ ਕਿੰਨੇ ਜਣੇ ਨਸ਼ੇ ਕਰਦੇ, ਕੋਈ ਨਸ਼ੇ ਦੀ ਆੜ ਦੇ ਵਿੱਚ ਆ ਕੇ ਵੀ ਅਰਦਾਸ ਕਰ ਸਕਦਾ, ਠੀਕ ਆ। ਤੇ ਉਹਨੇ ਇਹ ਨਹੀਂ ਦੇਖਣਾ ਵੀ ਮੈਂ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦਾ, ਉਹਨੂੰ ਸਿਰਫ ਉਹ 2500 ਦਾ ਨਸ਼ਾ ਦਿਸੂਗਾ ਕਿ ਮੈਂ ਅਰਦਾਸ ਕਰ ਦਿੰਦਾ ਯਾਰ 2500 ਮਿਲ ਜੂ, ਮੇਰਾ ਨਸ਼ੇ ਦਾ ਕੋਈ ਕੰਮ ਚੱਲ ਜੂ, ਹਨਾ। ਪਰ ਦੇਖੋ ਕਮਿਊਨਿਟੀ ਨੂੰ ਕਿੰਨਾ ਧੱਕਾ ਵੱਜਦਾ। ਅਰਦਾਸ ਕਰਨ ਤਾਂ ਮੈਂ ਅਰਦਾਸ ਕਰਦਾ, ਰੋਜ਼ ਅਰਦਾਸ ਕਰਦੇ ਨੇ ਵੀ ਸਿੱਖਾਂ ਦਾ, ਸਾਰੀ ਜਗਤ ਦਾ ਅਸੀਂ ਭਲਾ ਮੰਗਦੇ ਆ। ਪਰ ਦੂਜੇ ਪਾਸੇ ਪੰਨੂ ਨੂੰ ਤਾਂ ਉਹਨਾਂ ਨੇ ਖਾਲਿਸਤਾਨੀ ਬਣਾਤਾ, ਜਿਹੜੇ ਅਰਦਾਸ ਕਰਨਗੇ ਉਹ ਖਾਲਿਸਤਾਨੀ ਹੋ ਗਏ। ਪਰ ਹੁਣ ਸ਼ਿਵ ਸੈਨਾ ਵਾਲੇ ਰੋਜ਼ ਦੂਜੇ ਦਿਨ ਤੀਜੇ ਦਿਨ ਕਹਿੰਦੇ ਆ ਵੀ ਜਿਹੜਾ ਫਲਾਣੇ ਦਾ ਸਿਰ ਵੱਢ ਕੇ ਲਿਆਊਗਾ 5 ਲੱਖ ਦੇਵਾਂਗੇ, ਜੇ ਫਲਾਣੇ ਦਾ ਸਿਰ ਵੱਢ ਕੇ ਲਿਆਊ 11 ਲੱਖ ਰੁਪਏ ਦੇਵਾਂਗੇ। ਉਹ ਫਿਰ ਅੱਤਵਾਦੀ ਨਹੀਂ ਹੋ ਗਏ ਜੀ? ਸਾਡੇ ਚਿਹਰੇ ਤੇ ਕੀ ਲਿਖਿਆ ਵੀ ਅਸੀਂ ਅੱਤਵਾਦੀ ਆ? ਉਹ ਗੱਲ ਨਜ਼ਰੀਏ ਦੀ ਆ ਜਾਂਦੀ ਹੈ ਉੱਥੇ ਜੀ। ਇਸੇ ਕਰਕੇ ਭਾਜੀ ਗੱਲ ਸਿਰਫ ਇਹ ਹੈ ਕਿ ਜੇ ਤੁਸੀਂ ਸੱਚ ਬੋਲਦੇ ਹੋ, ਤੁਹਾਡਾ ਪਹਿਲੀ ਗੱਲ ਤਾਂ ਸੱਚ ਕੋਈ ਸੁਣਦਾ ਹੀ ਨਹੀਂ, ਠੀਕ ਆ। ਤੇ ਜੇ ਤੁਸੀਂ ਅੱਗੇ ਬੋਲਣਾ ਚਾਹੁੰਦੇ ਹੋ ਤਾਂ ਤੁਹਾਡੇ ਲੇਬਲ ਲਾ ਦੇਣਗੇ। ਜੇ ਤੁਸੀਂ ਪੱਗ ਬੰਨੀ ਆ, ਦਾੜੀ ਕੇਸ ਲੱਗਿਆ, ਤਾਂ ਤੁਹਾਨੂੰ ਤਾਂ ਬਸ ਇੱਕ ਮੋਢੇ ਤੇ ਟੈਗ ਲਾਤਾ ਕਿ ਤੁਸੀਂ ਤਾਂ ਭਾਈ ਖਾਲਿਸਤਾਨੀ ਹੋ, ਖਾਲਿਸਤਾਨੀ ਦੀ ਗੱਲ ਕਰਦੇ ਹੋ। ਹੁਣ ਖਾਲਿਸਤਾਨੀ ਦੇ ਵਿੱਚ ਤਾਂ ਹਾਂਜੀ, ਆਪਾਂ ਪੰਨੂ ਦੀ ਗੱਲ ਕਰ ਰਹੇ ਸੀ। ਸੋ ਜਥੇਦਾਰ ਸਾਹਿਬ ਨੂੰ ਵੀ ਪੰਨੂ ਬਾਰੇ ਸਵਾਲ ਕੀਤਾ ਗਿਆ, ਤਾਂ ਉਹਨਾਂ ਨੇ ਕਿਹਾ ਵੀ ਪੰਨੂ ਦੀ ਜਿਹੜੀ ਰੈਫਰੈਂਡਮ 2020 ਜਿਹੜੀ ਕੈਂਪੇਨ ਹੈ, ਉਹਦਾ ਕੋਈ ਆਧਾਰ ਨਹੀਂ ਹੈਗਾ। ਸੋ ਗੁੰਮਰਾਹ ਕਰਨ ਦੀ ਵੀ ਇੱਕ ਗੱਲ ਆਖੀ ਗਈ ਹੈ। ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਪੰਨੂ ਦੀ ਕੰਪੇਨ ਚੱਲ ਰਹੀ ਹੈ? ਆਪਾਂ ਇਕੱਲੇ ਜਥੇਦਾਰ ਸਾਹਿਬ ਦੇ ਬਿਆਨ ਤੇ ਨਾ ਜਾਈਏ, ਵੈਸੇ ਵੀ ਗੱਲ ਕੀਤੀ ਜਾਵੇ ਤਾਂ ਜਿਹੜਾ ਪੰਨੂ ਆ, ਉਹਦੀ ਪੰਨੂ ਦੀ ਕਿਵੇਂ ਦੇਖਦੇ ਹੋ ਕੰਪੇਨ ਨੂੰ ਤੁਸੀਂ? ਭਾਜੀ ਕੰਪੇਨ ਦੇਖੋ, ਜੇ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰੀਏ ਤਾਂ ਤੁਹਾਡੇ ਕੋਲੇ ਪੂਰਾ ਰਾਈਟ ਆ, ਤੁਸੀਂ ਮਤਲਬ ਉਸ ਲਾਅ ਦੇ ਵਿੱਚ ਰਹਿ ਕੇ ਤੁਸੀਂ ਆਪਦਾ ਹੱਕ ਮੰਗ ਸਕਦੇ ਹੋ, ਠੀਕ ਆ। ਨਿੱਜੀ ਤੌਰ ਤੇ ਮੈਂ ਗੱਲ ਕਰਾਂ, ਮੈਂ ਨਹੀਂ ਉਹਨਾਂ ਨੂੰ ਜਾਣਦਾ, ਪਰ ਜੇ ਅਸੀਂ ਗੱਲ ਕਰੀਏ ਲਾਅ ਐਂਡ ਆਰਡਰ ਦੀ, ਤਾਂ ਲਾਅ ਐਂਡ ਆਰਡਰ, ਉਹ ਬੰਦਾ ਕਲਮ ਦੀ ਲੜਾਈ ਲੜ ਰਿਹਾ। ਬੇਸ਼ੱਕ ਕਹਿਣ ਵਾਲੇ ਕਹਿੰਦੇ ਆ ਵੀ ਉਹ ਖਤਰਾ ਜਾਂ ਉਹ ਖਤਰਾ ਨਹੀਂ ਗੇ, ਪਰ ਜੇ ਉਹਨੂੰ ਮੈਂ ਕੰਪੇਅਰ ਕਰਾਂ ਨਾਗਪੁਰ ਵਾਲੇ ਜਿਹੜੇ ਇਹਨਾਂ ਦਾ RSS ਵਾਲਿਆਂ ਦਾ ਟੋਲਾ, ਜੇ ਮੈਂ ਉਹਦੇ ਨਾਲ ਕੰਪੇਅਰ ਕਰਾਂ ਇਹਨਾਂ ਨੂੰ, ਤਾਂ ਮੈਂ ਕਹਿੰਦਾ ਵੀ ਜੇ ਤੁਸੀਂ UNO ਦੀ ਅਗਰ ਵੈਬਸਾਈਟ ਤੇ ਚੈੱਕ ਕਰੋ ਨਾ ਵੀ ਟੈਰਰਿਸਟ ਕੌਣ ਨੇ, ਟੈਰਰਿਸਟ ਜਾਂ ਟੈਰਰਿਸਟ ਆਰਗੇਨਾਈਜੇਸ਼ਨ ਉਹ ਪਾਰਟਿਕੂਲਰ ਸੰਸਥਾ ਹੁੰਦੀ ਆ ਜਿਹਨੇ ਜਾਂ ਤਾਂ ਕੋਈ ਬੰਬ ਧਮਾਕੇ ਕੀਤੇ ਹੋਣ ਜਾਂ ਜਿਨ੍ਹਾਂ ਕੋਲੋਂ ਕੋਈ ਬੰਬ ਮਿਲਿਆ ਹੋਵੇ, ਵੀ ਜਿਹੜੀ ਵਾਇਲੈਂਸ ਕ੍ਰੀਏਟ ਕਰਦੇ ਨੇ, ਠੀਕ ਆ, ਕਿਸੇ ਵੀ ਮੀਨਸ ਨਾਲ, ਵੀ ਆਪਣੇ ਪਰਸਨਲ ਮੋਟਿਵ ਨਾਲ। ਹੁਣ ਤੁਸੀਂ ਮੈਨੂੰ ਦੱਸ ਦਿਓ, ਤੁਸੀਂ ਜ਼ਿਆਦਾ ਵਿਚਰਦੇ ਹੋ ਕਿ RSS ਵਾਲੇ ਉਹ ਸਭ ਕੁਝ ਨਹੀਂ ਕਰ ਰਹੇ? ਬਿਲਕੁਲ। ਤੇ ਦੂਜੇ ਪਾਸੇ ਜੇ ਪੰਨੂ ਦੀ ਗੱਲ ਵੇਖੀਏ, ਉਹ ਬੰਦਾ ਕਲਮ ਦੀ ਗੱਲ ਕਰ ਰਿਹਾ, ਉਹ ਰਾਈਟ ਆ। ਬਥੇਰੀ ਕੰਟਰੀਆਂ ਦੇ ਵਿੱਚ, ਮੈਂ ਕਹਿੰਦਾ ਈਵਨ ਕਿ ਅਮਰੀਕਾ ਦੇ ਵਿੱਚ ਲੋਕਾਂ ਨੇ ਰੈਫਰੈਂਡਮ ਲੈ ਕੇ ਅੱਡ ਸੂਬੇ ਲਏ ਆ।
ਕੈਨੇਡਾ ਦੇ ਵਿੱਚ ਰੈਫਰੈਂਡਮ ਕਰਾ ਕੇ ਅੱਡ ਸੂਬੇ ਲਏ ਆ, ਪਰ ਜਿਹੜੀਆਂ ਗੱਲਾਂ ਮਤਲਬ ਜੇ ਉਹਨਾਂ ਨੇ ਇਹ ਗੱਲ ਕਹਿਤੀ ਕਿ $2500 ਦੇ ਕੇ, ਉਹ ਕਿਤੇ ਨਾ ਕਿਤੇ ਜੇ ਉਹਦੇ ਵੱਲੋਂ ਕਹੀ ਗਈ ਆ ਤੇ ਜੇ ਆਪਣੇ ਲਾਗੂ ਹੁੰਦੀ ਆ, ਤੇ ਜੇ ਕਿਸੇ ਬੰਦੇ ਨੇ ਅਰਦਾਸ ਕਰਤੀ ਤਾਂ ਉਦੋਂ ਤੁਸੀਂ ਗੱਡੀਆਂ ਦੇਖਣੀਆਂ ਸੀ ਹਰਮੰਦਰ ਸਾਹਿਬ ਕਿਵੇਂ ਪੁਲਿਸ ਵਾਲੀਆਂ ਗੱਡੀਆਂ ਪਹੁੰਚੀਆਂ ਸੀ, ਉੱਥੇ ਸਟੈਂਡ ਲੈਣਾ ਬਣਦਾ ਸੀ ਜਥੇਦਾਰ ਸਾਹਿਬ ਦਾ ਕਿ ਭਾਈ ਅਰਦਾਸ ਕਰ ਰਹੇ, ਅਰਦਾਸ ਤਾਂ ਸਾਰੇ ਸਿੱਖ ਕਰਦੇ ਨੇ, ਕਿਹਨੂੰ ਜੇਲ੍ਹਾਂ 'ਚ ਦੋਗੇ ਤੁਸੀਂ ਜੀ। ਸੋ ਸਰਬਜੀਤ ਜੀ, ਚਲੋ ਆਪਾਂ ਸਰਕਾਰ ਤੇ ਮੈਂ ਉਹੀ ਗੱਲ ਦੁਬਾਰਾ ਆਉਣਾ, ਆਪਾਂ ਇਹਨੂੰ ਸਰਕਾਰ ਨਾਲ ਵੀ ਨਾ ਜੋੜ ਕੇ ਦੇਖੀ, ਇੱਕ ਸਿੱਖ ਕੌਮ ਨਾਲ ਜੋੜ ਕੇ ਦੇਖੀਏ ਤਾਂ ਸਿਮਰਜੀਤ ਮਾਨ ਹੋ ਗਏ, ਉਹਨਾਂ ਨੇ ਵੀ ਕੰਪੇਨ ਸ਼ੁਰੂ ਕੀਤੀ ਸੀ, ਖਾਲਿਸਤਾਨ ਦੀ ਗੱਲ ਕਰਦੇ ਆ ਨੇ ਸ਼ੁਰੂ ਤੋਂ। ਉਹ ਜਿਹੜਾ ਸਮਰਥਨ ਉਸ ਟਾਈਮ ਸਿਮਰਜੀਤ ਸਿੰਘ ਮਾਨ ਨੂੰ ਮਿਲਦਾ ਰਿਹਾ ਵਾ, ਉਹ ਪੰਨੂ ਵਾਲੇ ਮੈਂ ਕਹਿ ਸਕਦਾ ਵੀ 1 ਜਾਂ 2% ਵੀ ਨਹੀਂ ਹੈਗਾ ਸਿਮਰਜੀਤ ਮਾਨ ਦੇ ਮੁਕਾਬਲੇ ਜੀ। ਬਾਬਾ ਜੀ ਜਿਹੜੀ ਗੰਦਗੀ ਹੁੰਦੀ ਹੈ ਨਾ, ਉਹ ਵਿੱਚ ਵੜ ਕੇ ਸਾਫ਼ ਹੁੰਦੀ ਆ ਜੀ। ਤੇ ਜੇ ਤੁਸੀਂ ਕਹੋ ਵੀ ਬਾਹਰਲੇ ਮੁਲਕਾਂ ਦੇ ਵਿੱਚ, ਹੁਣ ਜੇ ਮਤਲਬ ਤੁਸੀਂ ਮੈਨੂੰ ਵੀ ਅਗਰ ਇਹ ਸਵਾਲ ਕਰੋ ਤਾਂ ਮੈਂ ਇਸ ਗੱਲ ਨਾਲ ਬੜਾ ਕਲੀਅਰ ਹਾਂ ਕਿ ਐਟ ਐਂਡ ਆਫ ਦਾ ਡੇ ਮੈਨੂੰ ਮੇਰੇ ਘਰੇ ਜਾਣਾ ਪੈਣਾ ਜੀ। ਤੇ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਜੇ ਮਾਨ ਸਾਹਿਬ ਉੱਥੇ ਰਹਿ ਕੇ ਸਭ ਕੁਝ ਕਰ ਰਹੇ ਸੀ ਤਾਂ ਉਹ ਆਪਦੇ ਘਰੇ ਕਰ ਰਹੇ ਸੀ, ਉਹਦਾ ਸਮਰਥਨ ਜ਼ਿਆਦਾ ਫੇਸਬੁੱਕਾਂ ਤੇ ਕਮੈਂਟਾਂ ਨਾਲ, ਟਿਕਟੌਕ ਤੇ ਯੂਟਿਊਬਾਂ ਵੀਡੀਓ ਨਾਲ ਇੱਥੇ ਕੋਈ ਕੈਂਪੇਨ ਨਹੀਂ ਚੱਲਦੀ ਹੁੰਦੀ। ਠੀਕ ਆ, ਇੱਕ ਸੋਸ਼ਲ ਮੀਡੀਆ ਫੇਸਬੁੱਕ ਇੱਕ ਐਵੇਂ ਦਾ ਪਲੇਟਫਾਰਮ ਆ ਜਿੱਥੇ ਤੁਸੀਂ ਇੱਕ ਰੈਵੋਲੂਸ਼ਨ ਲਿਆ ਸਕਦੇ ਹੋ। ਪਰ ਮੈਂ ਆਪਦੀ ਗੱਲ ਕਰਾਂ, ਮੇਰੀ ਆਈਡੀ ਫਲੈਗ ਹੋਈ ਆ, ਤੇ ਤੁਸੀਂ ਉਹਨਾਂ ਜਿਹੜੇ ਗੂਗਲ 'ਚ ਬੰਦੇ ਬੈਠੇ ਆ ਜਾਂ ਆਪਣੇ ਕਹਿੰਦੇ IT ਸੈਕਟਰ 'ਚ ਬੈਠੇ, ਉੱਥੇ 70% ਲੋਕ ਇਹਨਾਂ ਦੇ ਬੈਠੇ ਨੇ ਜੀ। ਤੇ ਉਹ ਤੁਹਾਡੀ ਕੈਂਪੇਨ ਚਲਾਉਣ ਹੀ ਨਹੀਂ ਦੇਣਗੇ। ਕੈਂਪੇਨ ਤਾਂ ਚੱਲੂਗੀ ਨਾ ਜੇ ਤੁਹਾਨੂੰ ਪੰਜਾਬ ਸਰਕਾਰ ਹਮਾਇਤ ਕਰਦੀ ਹੋਵੇ, ਭਾਰਤ ਸਰਕਾਰ ਦੀ ਗੱਲ ਵੀ ਨਹੀਂ ਆਪਾਂ ਕਰਦੇ, ਤਾਂ ਫਿਰ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਜੇ ਪੰਨੂ ਦੀ 2% ਕਿਉਂ ਆ। ਠੀਕ ਹੈ ਨਾ, ਕਿਉਂਕਿ ਬਾਹਰ ਬਹਿ ਕੇ ਕਦੇ ਵੀ ਆਪਾਂ ਕਹਿ ਦਈਏ ਵੀ ਗੰਦਗੀ ਸਾਫ਼ ਨਹੀਂ ਹੁੰਦੀ, ਆਪਾਂ ਨੂੰ ਬੋਕਰ ਚੱਕਣੀ ਪੈਣੀ ਆ, ਫੇਰ ਆਪਣੇ ਘਰੋਂ ਕੂੜਾ ਨਿਕਲੂਗਾ ਜੀ। ਸੋ ਸਰਬਜੀਤ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਆਪਣੇ ਵੱਡਮੁੱਲੇ ਵਿਚਾਰ ਰੱਖੇ ਸਾਡੇ ਨਾਲ। ਇੱਕ ਅਹਿਮ ਮੁੱਦਾ ਸੀਗਾ ਜਿਸ ਮੁੱਦੇ ਤੁਸੀਂ ਆਪਣੇ ਵਿਚਾਰ ਰੱਖਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਗੇ ਫਿਰ ਕੋਈ ਨਵੇਂ ਵਿਸ਼ੇ ਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਜੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਬਾਬਾ ਜੀ। ਇਹ ਸਨ ਸਰਬਜੀਤ ਸਿੰਘ ਝੱਬਰ, ਜਿਹੜੇ ਆਸਟ੍ਰੇਲੀਆ ਦੀ ਧਰਤੀ ਤੋਂ ਨੌਜਵਾਨ ਨੇ, ਆਪਣੇ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਰੱਖਦੇ ਨੇ। ਸੋ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਤੇ ਜੋ ਵਿਚਾਰ ਰੱਖੇ ਸਨ, ਉਹਨਾਂ ਵਿਚਾਰਾਂ ਦੇ ਉੱਤੇ ਮੈਂ ਸਮਝਦਾ ਵੀ ਇੱਕ ਆਪਣੇ ਉਹਨਾਂ ਨੇ ਸਵਾਲ ਜਿਹੜੇ ਜਵਾਬ ਜਥੇਦਾਰ ਸਾਹਿਬ ਵੱਲੋਂ ਦਿੱਤੇ ਗਏ ਸਨ, ਉਹਨਾਂ ਦੇ ਉੱਤੇ ਉਹਨਾਂ ਨੇ ਆਪਣੀ ਵਿਸਤਾਰਪੂਰਵਕ ਗੱਲਬਾਤ ਰੱਖੀ ਆ। ਸੋ ਖਾਲਿਸਤਾਨ ਦੇ ਮੁੱਦੇ ਦੀ ਗੱਲ ਕਰ ਲਈਏ ਜਾਂ ਜਿਹੜੀਆਂ RSS ਦੀ ਗੱਲ ਕਰ ਲਈਏ ਜਾਂ ਜੋ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਵਾਪਰ ਰਿਹਾ, ਉਹਨਾਂ ਸਾਰੀਆਂ ਮੁੱਦੇ ਦੇ ਉੱਤੇ ਆਪਣੇ ਵੱਡਮੁੱਲੇ ਵਿਚਾਰ ਸਰਬਜੀਤ ਸਿੰਘ ਝੱਬਰ ਨੇ ਰੱਖੇ ਆ। ਸੋ ਨਵੇਂ ਮਹਿਮਾਨ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦੇਖਦੇ ਰਹੋ ਪ੍ਰਾਈਮ ਮੁੱਦੇ। ਸਤਿ ਸ਼੍ਰੀ ਅਕਾਲ।